वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रस्मां पवित्र कर दे एक बार सारे उच्चारण करो जी। सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है गुरु नानक देव पिता महाराज पाक पटन गए ने। उथे बाबा फरीद जी का मुरीद जिसका नाम शेख ब्रह्म करके आउंदा है, ये उस वक्त बाबा फरीद जी की गद्दी ते सुशोभित सी। सतगुरु जी का जिहड़ा तरीका है, सतगुरु जी की जिहड़ी जुगती है, उन्हां दा जिहड़ा मैथड है, ढंग है, ये सब तो कीमती है। अज भी तुसी वेख्या होएगा कई आदमियां दे पकौड़े विकी जाते ने, कईयां दा कपड़ा नहीं विकदा। कई मनुखां दे दही भल्ले विकी जाते ने, कईयां दा स्पेयर पार्ट भी नहीं विकदा। और सेम ट्रेड दे विच इको लाइन दे विच भी कई लोग ऐसे ने, उसे बाजार विच कईयां कोल फुरसत कोई नहीं, कईयां कोल गाहक कोई नहीं। इहदे लई एक बड़ा सौखा जिहा साडा जवाब है भी ये तो अपनी अपनी किस्मत है। ये जवाब बिल्कुल ठीक है। जिन्हां दी किस्मत ठीक है उन्हां नूं रब ने काम भी दिता है, काम करन दा तरीका भी दिता है। एक छोटी जी कथा आपां बहुत वारी साझी कीती है कि कोई मेरे वर्गा पिंड दे विच निम दीयां गोलियां वेचण आ गया। इन्हां दिनां विच जिहड़े दिनां चों आपां लंघ रहे हैं, सावन दे भादों दे, फोड़े फिंसियां आम हो जाते ने, कुछ पसीने करके, कुछ खून की खराबी करके।
और ਉਹਦੇ ਲਈ ਇੱਕ ਮਾਤਰ ਦੇਸੀ ਜੁਗਾੜ ਹੈ ਕਿ ਜਾਂ ਤਾਂ ਨਿੰਮ ਦੇ ਪੱਤੇ ਘੋਟ ਕੇ ਪੀ ਲਓ ਜਾਂ ਫਿਰ ਨਿੰਮ ਨਾਲ ਸੰਬੰਧਿਤ ਕੋਈ ਤਰੀਕਾ ਬਣਾਓ, ਕੋਈ ਦਵਾਈ ਬਣਾਓ ਤੇ ਉਸ ਨੂੰ ਖਾ ਲਓ। ਹੁਣ ਮੇਰੇ ਵਰਗਾ ਨਿੰਮ ਦੀਆਂ ਗੋਲੀਆਂ ਵੇਚਣ ਪਿੰਡ ਵਿੱਚ ਆ ਗਿਆ ਤੇ ਉਹ ਲੋਕਾਂ ਨੂੰ ਕੀ ਕਹਿੰਦਾ, ਕਹਿੰਦਾ ਮੇਰੇ ਕੋਲ ਨਿੰਮ ਦੀਆਂ ਗੋਲੀਆਂ ਨੇ, ਲੈਣੀਆਂ ਤੇ ਲੈ ਲਓ, ਨਹੀਂ ਤੇ ਨਾ ਸਹੀ। ਆਪੇ ਜਦੋਂ ਫੋੜੇ ਫਿਨਸੀਆਂ ਨਿਕਲਣਗੇ, ਪੀਕ ਵਗੇਗੀ, ਮੱਖੀਆਂ ਬਹਿਣਗੀਆਂ, ਆਪੇ ਰੋ ਪਿਟੋਗੇ। ਉੱਥੇ ਕੋਈ ਬਜ਼ੁਰਗ ਮੰਜੀ ਤੇ ਲੰਮਾ ਪਿਆ ਸੀ ਕਿਸੇ ਦਰਖਤ ਦੀ ਛਾਵੇਂ। ਉਹਨੇ ਆਵਾਜ਼ ਮਾਰ ਕੇ ਕਿਹਾ, ਕਾਕਾ ਕੀ ਵੇਚਦਾ ਹੈ? ਕਹਿਣ ਲੱਗਾ, ਬਾਪੂ ਸੁਣਿਆ ਨਹੀਂ ਤੈਨੂੰ, ਨਿੰਮ ਦੀਆਂ ਗੋਲੀਆਂ ਨੇ ਮੇਰੇ ਕੋਲ। ਕਹਿੰਦਾ, ਪੁੱਤ ਸੁਣ ਕੇ ਹੀ ਆਵਾਜ਼ ਮਾਰੀ ਹੈ, ਮੈਂ ਤੇ ਤੈਨੂੰ ਸਮਝਾਉਣ ਲਈ ਸੱਦਿਆ ਹੈ ਤੇ ਪੁੱਛਿਆ ਵੀ ਤਾਂ ਹੀ ਹੈ ਵੀ ਜੋ ਮੈਂ ਸੁਣਿਆ ਕੀ ਠੀਕ ਹੈ। ਪਰ ਪੁੱਤਰ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਇੱਕ ਨਿੰਮ ਦੀਆਂ ਗੋਲੀਆਂ ਕੌੜੀਆਂ, ਇੱਕ ਤੇਰੀ ਜ਼ਬਾਨ ਕੌੜੀ, ਤੇ ਇੰਨੀ ਕੌੜੀ ਜ਼ਬਾਨ ਨਾਲ ਤੇ ਬੱਚਿਆ ਤੂੰ ਮਿੱਠੀਆਂ ਗੋਲੀਆਂ ਵੀ ਵੇਚੇ ਤੇਰੀਆਂ ਉਹ ਕੋਈ ਨਾ ਲਵੇ, ਤੇ ਕੌੜੀਆਂ ਗੋਲੀਆਂ ਨਿੰਮ ਦੀਆਂ ਕੌਣ ਲਵੇਗਾ ਤੇਰੇ ਕੋਲੋਂ? ਆਪਾਂ ਗੁਰਦੁਆਰੇ ਆਉਂਦੇ ਆ, ਸਿੱਖਦੇ ਕੁਛ ਨਹੀਂ ਆ। ਨਹੀਂ ਤਾਂ ਕਦੇ ਹੋ ਸਕਦਾ ਕਿ ਏਡਾ ਵੱਡਾ ਸਾਡੇ ਕੋਲੇ ਟੀਚਰ ਹੋਵੇ ਗੁਰੂ ਨਾਨਕ ਸਾਹਿਬ ਵਰਗਾ, ਔਰ ਅਸੀਂ ਕੁਛ ਵੀ ਆਪਣੇ ਜੀਵਨ ਵਿੱਚ ਪ੍ਰਾਪਤ ਨਾ ਕਰ ਸਕੀਏ। ਅੱਜ ਕੋਈ ਵੀ ਬੰਦਾ ਤੁਹਾਨੂੰ ਕਹੇਗਾ ਤੂੰ ਗੱਡੀ ਸੇਫ ਚਲਾਉਣਾ ਹੈ, ਤੂੰ ਤੇਰੇ ਹੱਥ ਵਿੱਚ ਬੜੀ ਸਫਾ ਹੈ, ਤੂੰ ਕੰਮ ਬੜਾ ਸਾਫ ਸੁਥਰਾ ਕਰਦਾ ਹੈ, ਤੂੰ ਖਾਣਾ ਕੁੜੀਏ ਬੜਾ ਵਧੀਆ ਬਣਾਉਣੀ ਹੈ, ਤੇ ਅਸੀਂ ਜ਼ਰੂਰ ਜਵਾਬ ਦੇਵਾਂਗੇ। ਉਹ ਬੱਚੀ ਵੀ ਕਹੇਗੀ ਵੀ ਮੈਂ ਆਪਣੀ ਮਾਂ ਤੋਂ ਸਿੱਖਿਆ, ਜਾਂ ਮੇਰੀ ਭਰਜਾਈ ਬੜਾ ਵਧੀਆ ਬਣਾਉਂਦੀ ਸੀ, ਜਾਂ ਮੇਰੀ ਵੱਡੀ ਭੈਣ ਨੂੰ ਬਹੁਤ ਜਾਚ ਸੀ। ਕੋਈ ਨਾ ਕੋਈ ਅਸੀਂ ਦੱਸਾਂਗੇ ਵੀ ਉਹ ਮੇਰਾ ਗਿਆਨ ਦਾ ਦਾਤਾ ਕੌਣ ਹੈ। ਹੁਣ ਸਾਡੇ ਕੋਲ ਕੁਝ ਹੋਵੇ ਤੇ ਦੱਸੀਏ ਵੀ ਸਾਡੇ ਕੋਲ ਕੀ, ਅਸੀਂ ਤੇ ਚੋਰੀ ਹੇਰਾ ਫੇਰੀ ਤੋਂ ਇਲਾਵਾ ਸਿੱਖਿਆ ਹੀ ਕੁਛ ਨਹੀਂ ਹੈ। ਜੇ ਸੱਚ ਬੋਲੀਏ, ਈਮਾਨਦਾਰੀ ਕਰੀਏ, ਜੇ ਅਸੀਂ ਖੁਸ਼ ਰਹੀਏ ਤੇ ਕੋਈ ਪੁੱਛ ਵੀ ਲਵੇ ਵੀ ਭਰਾ ਜੀ ਇਸ ਦੁਨੀਆ 'ਚ ਤੁਸੀਂ ਕਿਵੇਂ ਖੁਸ਼ ਹੋ? ਹਰ ਬੰਦਾ ਤੇ ਸਾੜ ਸਤੀ ਵਿੱਚ ਹੈ, ਤੇ ਫਿਰ ਤੁਸੀਂ ਕਹੋ ਵੀ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਸਵੇਰੇ ਉੱਠ ਕੇ ਬਾਣੀ ਪੜ੍ਹਦਾ। ਲੋਕ ਪੁੱਛਣ ਜੇ ਤੁਹਾਡੇ ਕੰਮ ਸੂਤ ਹੋਣ, ਠੀਕ ਹੋਣ, ਤੇ ਤੁਸੀਂ ਕਹੋ ਵੀ ਭਾਈ ਮੈਂ ਤਾਂ ਗੁਰਦੁਆਰੇ ਨੂੰ ਮੰਨਦਾ ਤੇ ਮਹਾਰਾਜ ਜੀ ਮੇਰੇ ਕੰਮਾਂ ਵਿੱਚ ਆਪ ਸਹਾਈ ਹੁੰਦੇ ਨੇ। ਪਰ ਅਸੀਂ ਤੇ ਆਪ ਦਰ ਦਰ ਤੇ ਭਟਕਦੇ ਫਿਰਦੇ। ਅਸੀਂ ਕਿਸੇ ਲਈ ਕੀ ਮਾਈਲ ਸਟੋਨ ਬਣ ਸਕਦੇ, ਕੀ ਰੋਲ ਮਾਡਲ ਬਣ ਸਕਦੇ, ਅਸੀਂ ਕਿਸੇ ਲਈ ਕੀ ਮਿਸਾਲ ਬਣ ਸਕਦੇ, ਕੀ ਉਦਾਹਰਨ ਬਣ ਸਕਦੇ ਆ? ਸਾਡੇ ਵੱਲ ਵੇਖ ਕੇ ਕਿਹੜਾ ਬੰਦਾ ਜਿਹੜਾ ਉਹ ਆਪਣਾ ਜੀਵਨ ਬਦਲ ਸਕਦਾ? ਤੋ ਇਸ ਕਥਾ ਨੂੰ ਸੁਣਨ ਦੀ ਲੋੜ ਹੈ। ਮੈਂ ਯਤਨ ਕਰਾਂ ਕਿ ਇਹਨੂੰ ਕਥਾ ਨੂੰ ਅੱਗੇ ਤੋਰਾਂ, ਪਰ ਮੈਂ ਜ਼ਰੂਰ ਰੋਜ਼ ਚਾਹੁੰਦਾ ਵੀ ਇਹ ਸਮਾਂ ਅਸੀਂ ਗਵਾਈਏ ਨਾ। ਗੁਰੂ ਨਾਨਕ ਸਾਹਿਬ ਇੱਥੇ ਆਏ ਨੇ 2 ਕੋਸ ਦੂਰ, ਇਸ ਬਾਬੇ ਸ਼ੇਖ ਫਰੀਦ ਦੇ ਇਸ ਅਸਥਾਨ ਤੋਂ ਰੁਕੇ ਨੇ, ਉਤਰੇ ਨੇ, ਸਿੱਧੇ ਉੱਥੇ ਨਹੀਂ ਪਹੁੰਚੇ। ਸ਼ੇਖ ਬ੍ਰਹਮ ਦੇ ਮਰੀਦ ਦੇ ਰਾਹੀਂ ਉਹਨਾਂ ਦੀ ਹੁਣ ਵਾਰਤਾਲਾਪ ਸ਼ੁਰੂ ਹੋਈ ਹੈ, ਤੇ ਸ਼ੇਖ ਬ੍ਰਹਮ ਨੇ ਜਾ ਕੇ ਆਪਣੇ ਮੁਰਸ਼ਦ ਨੂੰ ਉਸ ਮੁਰੀਦ ਨੇ ਆਪਣੇ ਮੁਰਸ਼ਦ ਸ਼ੇਖ ਬ੍ਰਹਮ ਨੂੰ ਦੱਸਿਆ ਵੀ ਮੈਂ ਇੱਕ ਹਿੰਦੂ ਰੱਬ ਵੇਖ ਕੇ ਆਇਆ। ਉਹ ਸ਼ੇਖ ਬ੍ਰਹਮ ਕਹਿਣ ਲੱਗਾ ਵੀ 2 ਗੱਲਾਂ ਨਹੀਂ ਹੋ ਸਕਦੀਆਂ, ਵੀ ਹਿੰਦੂ ਵੀ ਹੋਵੇ ਤੇ ਰੱਬ ਵੀ ਹੋਵੇ। ਵੀ ਹਿੰਦੂ ਤੇ ਕਾਫਰ ਹੁੰਦੇ ਨੇ, ਅੱਲਾ ਤੇ ਸਿਰਫ ਮੋਮਣਾ ਵਿੱਚ ਹੀ ਹੈ। ਵੇਖੋ ਇਹ ਵੀ ਸਾਡੀ ਬੜੀ ਮਾੜੀ ਕਿਸਮਤ ਹੈ। ਅਸੀਂ ਸੋਚਦੇ ਵੀ ਰੱਬ ਸਿਰਫ ਸਿੱਖਾਂ ਦਾ ਹੀ ਹੈ, ਸਾਡਾ ਹੀ ਵਾਹਿਗੁਰੂ ਹੈ, ਬਾਕੀਆਂ ਦਾ ਤੇ ਐਵੇਂ ਕੋਈ ਖੋਤਾ ਰੇੜਾ ਹੀ ਹੈ, ਐਵੇਂ ਕੋਈ ਖੋਤਾ ਘੋੜਾ ਹੀ ਹੈ। ਅਸੀਂ ਦੂਜਿਆਂ ਦੇ ਰੱਬ ਨੂੰ ਰੱਬ ਨਹੀਂ ਮੰਨਦੇ। ਇਸੇ ਕਰਕੇ ਦੂਜੇ ਦੇ ਰੱਬ ਦੀ, ਇਸ਼ਟ ਦੀ ਅਸੀਂ ਰਿਸਪੈਕਟ ਵੀ ਨਹੀਂ ਕਰਦੇ, ਨਾ ਉਹਨਾਂ ਦੇ ਧਰਮ ਸਥਾਨ ਦੀ ਕਰਦੇ, ਨਾ ਉਹਨਾਂ ਦੇ ਧਰਮ ਗ੍ਰੰਥ ਦੀ ਕਰਦੇ, ਨਾ ਹੀ ਕਦੇ ਉਹਨਾਂ ਦੇ ਨਾਂ ਲੈਣ ਲੱਗਿਆਂ ਅਸੀਂ ਥੋੜੀ ਜਿਹੀ ਇੱਜ਼ਤ ਕਰਦੇ ਹਾਂ।
ਹੁਣ ਜੇ ਇੱਥੇ मैं बोलदियां कह दियां भगवान कृष्ण तो कई मैनू कुटन लई तैयार हो जाने ने भी तू भगवान किवें कहता। क्योंकि असी इन्ने बेअदब हो चुके हैं। तुसी यकीन करना, बाहर जाईदा सुना रंजीत सिंह की हाल है, मैं कहा यार भाजी बड़ा दुख होया। कहंदे कि मैं कहा जे तुहानू किते साइयां दा पादरी मिलदा ते तुसी कहना सी फादर की हाल है। ते फादर कौन हुंदे तुहानू भी पता है, फादर पापे नू कहंदे ने। भी चलो तुसी मैनू पापा ना कहो, भाई कह दिओ, भाई भरा नू कहंदे ने। असी इन्ने बेअदब हो गए, दूजियां नू भगवान कहण तो ते चलो असी मन लिया भी चलो सानू कोई तकलीफ है, असी अपने भाई नू भाई कहण लई तैयार नहीं है। भाई दा आखरी अर्थ भरा हुंदा है। असी इन्ना भी कहण लई तैयार नहीं कि भाई रणजीत सिंह जी कदों आए हो, सुना रणजीत सिंह कदों आए है, भी चल ठीक है मैनू तो रणजीत सिंह क्या तू ठीक है चलो चल जाएगा। पर जे साइयां दा पादरी मिलिया तो तू उन्होंने भी कहेगा वो पादरी आ कदों आए हैं ना, उन्होंने कहेगा फादर जी कदों आए हो, उन्होंने पापा कहने लिए भी तैयार है। तू अपने गुरु के ग्रंथी नू तू भाई कहने वास्ते भी तैयार नहीं। इन्ने ना असी बेअदब होईए। एक वेला सी जदों गुरु के कीर्तनीए साइकिलों ते आउंदे सी ना, ते संगत में शरधा होंदी सी, अगों जाके उन्हां दे वाजे चुकदे हुंदे सी। हुण वो गड्डियां ते आउंदे ने, अगों वाजे चुकण लई तैयार कोई नहीं, फिर आप ही चुक के गांह लैके आउणे पैंदे ने। कितना किते मैं मानना कि मेरे भाईचारे विच भी कमी आई, घाट आई है, साडे च भी घाट, मेरे च भी घाट है। पर किते ना किते असी भी इन्ने बेअदब हो गए हैं कि असी मतलब दूजियां दी इज्जत ना करदे करदे हुण असी घरदियां दी इज्जत भी छड्ड दित्ती है। बिल्कुल ही खाली थोथे असी हो गए हैं। वो एक मुहावरा बजुर्गों तो सुनते होंदे सी कि थोथा चना बाजे घना, कित्थे पहुंच गए सी। जेड़ा शेख ब्रह्म दा मुरीद है उन्हें जाके कहा मुर्शद जी मैं अज एक हिंदू रब वेख के आया। वो कहता नहीं, हिंदू ते रब दो चीज़ां कट्ठियां नहीं हो सकदियां। रब ते मोमना च ही हुंदा है, काफरा च तो हुंदा नहीं। उन्हें कहा जी मैं उन्हां दी कलाम सुन के आया, मैं उन्हां दी बाणी सुन के आया। उन्हें उन्होंने बाणी पढ़ के सुनाई कि आपे पट्टी कलम आप उपर लेख भे तू, एको कहिए नानका दूजा काहे कू। वो कहन लगा भी गल तो तेरी ठीक है, पर इदा कर भी जे ओदा एक कलाम सुन के आया एक मेरा भी लै जा। ये भी अर्थ पुछ के आ किन्नो वत गलाइया जो मैं तो को बद, एक साहिब दो हद है को सेवी को रद। इत्थे फिर सतगुरु जी ने ये अर्थ जेड़े सी वो कीते ने कि दूजा काहे सिमरिए जम्मै ते मर जाए, एको सिमरो नानका जल थल रिहा समाए। ये गुरु ग्रंथ साहब दे विच दो पंक्तियां दर्ज नहीं है, पर इतिहास दे विचों ये दो पंक्तियां सानू मिलियां ने। इथों तक कल आपां ने कथा सुनी सी। हाँ जी, सुनो तुम्हारो पीर जो अब लग दूजो चीन। सुनो तुम्हारो पीर जो अब लग दूजो चीन। सतगुरु कहन लगे शेख ब्रह्म दे मुरीद नू, कहन लगे जा अपने शेख ब्रह्म कोल जा ते जा उन्होंने जाके दस कि की कोई तू दूजा रब वेखिया। देखो असी अपनियां गल्लां दे विच जे असी कहिए भी असी कितना किते खलोने आ, नहीं असी किते नहीं खलोंदे। जिन्नियां साडियां मनतां ने मनौतां ने साडे अकीदे ने साडियां शरधा ने
ਤੁਸੀਂ 5 ਮਿੰਟ ਕਿਤੇ ਬੈਠ ਕੇ ਗੱਲਬਾਤ ਕਰੋ, ਤੁਸੀਂ ਖੁਦ ਮੰਨੋਗੇ ਅਖੀਰ ਕੋਈ ਗੱਲ, ਉਹ ਨਹੀਂ ਜੀ ਸਾਡੇ ਵੱਡੇ ਕਰਦੇ ਸੀ, ਛੱਡੋ ਗਿਆਨੀ ਜੀ, ਇਸ ਤੋਂ ਅੱਗੇ ਸਾਡਾ ਕੋਈ ਗਿਆਨ ਨਹੀਂ ਹੈਗਾ, ਇਸ ਤੋਂ ਅੱਗੇ ਸਾਡਾ ਕੋਈ ਗਿਆਨ ਨਹੀਂ ਹੈਗਾ ਕਿ ਅਸੀਂ ਜੋ ਕੁਝ ਵੀ ਕਰਦੇ ਆ ਕਿ ਉਹ ਠੀਕ ਹੈ, ਬਿਲਕੁਲ ਠੀਕ ਨਹੀਂ ਹੈਗਾ। ਵੇਖਾ ਵੇਖੀ ਹੈ ਜਾਂ ਫਿਰ ਉਹ ਪੀੜ੍ਹੀ ਦਰ ਪੀੜ੍ਹੀ ਚੱਲੀ ਆਉਂਦੀ ਇੱਕ ਰਵਾਇਤ ਹੈ, ਉਹਦੇ ਪਿੱਛੇ ਲੌਜਿਕ ਕੋਈ ਨਹੀਂ, ਦਲੀਲ ਕੋਈ ਨਹੀਂ, ਉਹਦੇ ਪਿੱਛੇ ਸਾਡਾ ਕੋਈ ਗਿਆਨ ਨਹੀਂ ਹੈ। ਸਤਿਗੁਰੂ ਕਹਿਣ ਲੱਗੇ ਜਾ ਜਾ ਕੇ ਆਪਣੇ ਮੁਰਸ਼ਿਦ ਨੂੰ ਪੁੱਛ, ਸੁਣੋ ਤੁਮਾਰੋ ਪੀਰ ਜੋ ਅਬ ਲਗ ਦੂਜੋ ਚੀਨ, ਜਾਓ। ਉਸ ਮੁਰੀਦ ਨੂੰ ਕਿਹਾ ਜਾ ਜਾ ਕੇ ਆਪਣੇ ਸ਼ੇਖ ਬ੍ਰਹਮ ਦੇ ਕੋਲੋਂ ਪੁੱਛ ਵੀ ਕੀ ਤੂੰ ਦੂਜਾ ਰੱਬ ਵੇਖਿਆ? ਹਾਂਜੀ। ਨਹੀਂ ਖੁਦਾਏ ਪਛਾਣ ਤੇ ਮਾਰਗ ਮਿਲਨ ਨਾ ਲੀਨ। ਫਿਰ ਪੁੱਛ ਵੀ ਕੀ ਪੀਰ ਜੀ ਤੁਹਾਨੂੰ ਖੁਦਾ ਦਾ ਰਸਤਾ ਪਤਾ ਲੱਗ ਗਿਆ, ਜਾਂ ਕੀ ਪੀਰ ਜੀ ਕਦੇ ਖੁਦਾ ਤੁਹਾਨੂੰ ਮਿਲਿਆ? ਹੁਣ ਇਹ 2-3 ਗੱਲਾਂ ਸਾਡੇ ਤੇ ਵੀ ਲਾਗੂ ਹੁੰਦੀਆਂ ਨੇ ਕਿ ਸਾਨੂੰ ਰੱਬ ਦੇ ਰਸਤੇ ਦਾ ਪਤਾ ਹੈ, ਨਹੀਂ ਪਤਾ, ਕਿ ਰੱਬ ਮਿਲਿਆ ਹੈ, ਨਹੀਂ ਮਿਲਿਆ। ਪਰ ਰੱਬ ਦੇ ਨਾਂ ਤੇ ਏਡੇ ਏਡੇ ਵੱਡੇ ਧਰਮ ਸਥਾਨ, ਇੰਨੀਆਂ ਇੰਨੀਆਂ ਵੱਡੀਆਂ ਯਾਤਰਾਵਾਂ, ਇੰਨੇ ਇੰਨੇ ਵੱਡੇ ਦਾਨ ਪੁੰਨ, ਸਭ ਕੁਝ ਚੱਲ ਰਿਹਾ ਹੈ, ਸਭ ਕੁਝ ਹੋ ਰਿਹਾ ਹੈ। ਔਰ ਇਹ ਕਲਯੁਗ ਇੰਨਾ ਵਧੀਆ ਹੈ ਕਿ ਸਾਡੇ ਸਾਹਮਣੇ ਭਾਜ ਵੀ ਉਗੜ ਰਹੇ ਨੇ, ਐਸੇ ਐਸੇ ਆਦਮੀ ਜਿਨ੍ਹਾਂ ਦੇ ਕਰੋੜਾਂ ਕਰੋੜਾਂ ਫਾਲੋਅਰ ਨੇ, ਅੱਜ ਉਹ ਜੇਲ੍ਹਾਂ 'ਚ ਬੈਠੇ ਨੇ। ਮਤਲਬ ਜੇ ਤੁਸੀਂ ਉਹਨਾਂ ਨੂੰ ਖੋਲ ਕੇ ਵੇਖਿਆ ਤੇ ਉਹ ਬੰਦ ਗੋਭੀ ਵਾਲਾ ਹਿਸਾਬ ਹੈ, ਪੱਤੇ ਹੀ ਪੱਤੇ ਨੇ, ਫੁੱਲ ਕੋਈ ਨਹੀਂ ਵਿੱਚ। ਮੈਂ ਆਪ ਜੀ ਨੂੰ ਉਹ ਉਸ ਦਾ ਬਕਾਇਦਾ ਇੱਕ ਜਿਵੇਂ ਐਵੀਡੈਂਸ ਦਈਦਾ ਹੈ ਨਾ, ਪ੍ਰੂਫ ਦਿੱਤਾ ਹੈ। ਥੋੜੇ ਦਿਨ ਹੋਏ ਆਸਾਰਾਮ ਨੂੰ ਲੈ ਕੇ ਗਏ ਇੱਕ ਹਸਪੀਟਲ ਦੇ ਵਿੱਚ, ਜੇਲ੍ਹ ਤੋਂ ਕੱਢ ਕੇ, ਹਜ਼ਾਰਾਂ ਬੀਬੀਆਂ ਫਿਰ ਖਲੋ ਗਈਆਂ ਰਸਤੇ 'ਚ ਕਿ ਸਾਡੇ ਗੁਰੂ ਜੀ ਜਾ ਰਹੇ ਨੇ, ਵੀ ਉਹ ਬਲਾਤਕਾਰੀ ਵਿੱਚ ਅੰਦਰ ਹੈ। ਕਿੰਨੇ ਮਾੜੇ ਕੁਕਰਮ ਕੀਤੇ ਉਸ ਬੰਦੇ ਨੇ, ਉਹ ਜੇਲ੍ਹ 'ਚ ਗਿਆ। ਪਰ ਅਜੇ ਵੀ ਲੋਕ ਕਹੀ ਜਾਂਦੇ ਨਹੀਂ ਜੀ ਇਹ ਤਾਂ ਸਰਕਾਰ ਕੀ ਚਾਲ ਹੈ, ਹਮਾਰੇ ਬਾਪੂ ਜੀ ਤੋਂ ਠੀਕ ਹੈ। ਜਿੱਥੇ ਇਦਾਂ ਦੀ ਮਖਲੂਕ ਹੋਏਗੀ, ਖਲਕਤ ਹੋਏਗੀ, ਦੁਨੀਆ ਹੋਏਗੀ, ਤੇ ਉੱਥੇ ਸਾਰਾ ਕੁਝ ਹੀ ਠੀਕ ਹੈ, ਉੱਥੇ ਸਭ ਕੁਝ ਠੀਕ ਹੈ। ਇਹ ਜਾਣਦਿਆਂ ਹੋਇਆਂ ਵੀ ਇੱਕ ਨਹੀਂ। ਮੈਂ ਤੇ ਜਦੋਂ ਪਿੱਛੇ ਉਹ ਕਥਾ ਆਈਆਂ ਸੀ, ਜਦੋਂ ਸ਼੍ਰੀ ਰਾਮਚੰਦਰ ਜੀ ਦਾ ਜ਼ਿਕਰ ਆਇਆ ਸੀ, ਤੇ ਮੈਂ ਬੇਨਤੀ ਕੀਤੀ ਸੀ ਵੀ ਉਹ ਇੱਕੋ ਹੀ ਸ਼੍ਰੀ ਰਾਮਚੰਦਰ ਸੀ, ਪਰ ਉਸ ਰਾਮ ਦੇ ਨਾਂ ਤੇ ਅੱਜ ਕੋਈ ਰਾਮ ਰਹੀਮ ਹੈ, ਕੋਈ ਉਹਦੇ ਨਾਂ ਤੇ ਆਸਾ ਰਾਮ ਹੈ, ਕੋਈ ਉਹਦੇ ਨਾਂ ਤੇ ਰਾਮਪਾਲ ਹੈ। ਰਾਮਪਾਲ ਹੋ ਸਕਦਾ ਹੈ, ਆਸਾ ਰਾਮ ਹੋ ਸਕਦਾ ਹੈ, ਰਾਮ ਰਹੀਮ ਹੋ ਸਕਦਾ ਹੈ, ਪਰ ਸ਼੍ਰੀ ਰਾਮਚੰਦਰ ਨਹੀਂ ਹੋ ਸਕਦਾ। ਤੁਸੀਂ ਉਹਨਾਂ ਦੀ ਜੀਵਨੀ ਪੜ੍ਹੋ, ਤੁਹਾਨੂੰ ਐਸੀ ਕੋਈ ਗੁਸਤਾਖੀ ਨਹੀਂ ਮਿਲੇਗੀ। ਜੇ ਲੋਕਾਂ ਨੇ ਉਹਨਾਂ ਨੂੰ ਭਗਵਾਨ ਕਿਹਾ, ਜਿਵੇਂ ਆਪਾਂ ਵੀ ਕਹਿ ਦਿੰਦੇ ਵੀ ਨਹੀਂ ਜੀ ਇਹ ਬੰਦਾ ਹੈ, ਇਹ ਤੇ ਦੇਵਤਾ ਹੈ ਜੀ, ਇਹਦਾ ਅਰਥ ਇਹ ਨਹੀਂ ਕਿ ਉਹ ਦੇਵਤਾ ਹੈ, ਇਹਦਾ ਅਰਥ ਹੈ ਕਿ ਉਹਦੇ ਵਿੱਚ ਬਹੁਤੇ ਗੁਣ ਦੇਵਤਿਆਂ ਵਾਲੇ। ਅਸੀਂ ਕਈ ਵਾਰੀ ਕਹਿੰਦੇ ਆ ਵੀ ਅਫਸਰ ਤੇ ਜੀ ਰੱਬ ਵਰਗਾ ਹੈ ਜੀ, ਇਹ ਤੇ ਬੰਦਾ ਰੱਬ ਵਰਗਾ ਹੈ ਜੀ, ਹਾਲਾਂਕਿ ਜਾਣਦੇ ਆ ਕਿ ਰੱਬ ਜੰਮਦਾ ਮਰਦਾ ਨਹੀਂ ਹੈ। ਤੇ ਉਹਦਾ ਅਰਥ ਸਿਰਫ ਇੱਕੋ ਹੀ ਹੁੰਦਾ ਹੈ ਵੀ ਇਹਦੇ ਵਿੱਚ ਗੁਣ ਰੱਬ ਵਰਗੇ ਨੇ। ਜਿਵੇਂ ਰੱਬ ਕਿਸੇ ਨਾਲ ਵੈਰ ਵਿਰੋਧ ਨਹੀਂ ਕਰਦਾ, ਰੱਬ ਸਭ ਦੀ ਪ੍ਰਤਪਾਲਣਾ ਕਰਦਾ ਹੈ, ਰੱਬ ਸਭ ਨੂੰ ਪਿਆਰ ਕਰਦਾ ਹੈ, ਰੱਬ ਸਾਰਿਆਂ ਦੇ ਔਗਣ ਬਖਸ਼ ਦਿੰਦਾ ਹੈ। ਜਿਹਦੇ 'ਚ 2 4 5 7 ਗੁਣ ਇਦਾਂ ਦੇ ਵੇਨੇ, ਅਸੀਂ ਕਹਿੰਦੇ ਜੀ ਇਹ ਤੇ ਰੱਬ ਹੈ। ਕਿਸੇ ਨੂੰ ਅਸੀਂ ਕਹਿ ਦਿੰਦੇ ਵੀ ਇਹ ਤੇ ਹਰਨਾਕਸ਼ ਹੈ, ਇਹ ਤੇ ਦੁਸ਼ਟ ਹੈ, ਇਹ ਤੇ ਰਾਵਣ ਹੈ। ਪੁੱਛੋ ਵੀ ਰਾਵਣ ਕਿਵੇਂ ਹੋ ਸਕਦੇ, ਤੇ 10 ਸਿਰ ਹੈਗੇ ਨੇ? ਨਹੀਂ ਹੈਗੇ। ਉਹਦੇ ਅਸੀਂ 2 4 ਔਗਣ, ਉਹਦੀਆਂ ਬੁਰਾਈਆਂ ਵੇਖੀਆਂ, ਅਸੀਂ ਤਸ਼ਬੀਹ ਦੇ ਦਿੱਤੀ ਵੀ ਇਹ ਤੇ ਰਾਵਣ ਵਰਗਾ ਹੈ। ਉਹਦੇ ਭੈੜੇ ਔਗਣ ਵੇਖੇ, ਕਹਿ ਦਿੱਤਾ ਇਹ ਹਰਨਾਕਸ਼ ਵਰਗਾ ਹੈ। तो
ਤੋ ਇੱਥੇ ਸਤਿਗੁਰੂ ਮਹਾਰਾਜ ਕਹਿੰਦੇ ਜਾ ਕੇ ਸ਼ੇਖ ਬ੍ਰਹਮ ਨੂੰ ਪੁੱਛ ਵੀ ਤੈਨੂੰ ਖੁਦਾ ਦਾ ਰਸਤਾ ਪਤਾ ਲੱਗਿਆ? ਇੰਨੀ ਉਮਰ ਤੇਰੀ ਲੰਘ ਗਈ ਹੈ, ਕੀ ਤੈਨੂੰ ਖੁਦਾ ਮਿਲਿਆ? ਹਾਂਜੀ। सेवो एक हद द्वै खोए सब को करन हार है जोए। ਜਾਓ ਜਾ ਕੇ ਸ਼ੇਖ ਬ੍ਰਹਮ ਜੀ ਨੂੰ ਕਹੋ ਇੱਕ ਰੱਬ ਦੀ ਪੂਜਾ ਕਰੋ, ਦੋ ਹੱਦਾਂ ਛੱਡ ਦਿਓ। ਜਿਹੜਾ ਔਰੰਗਜ਼ੇਬ ਸੀ ਨਾ, ਉਹ ਕਹਿੰਦਾ ਸੀ ਮੈਂ ਦੋ ਤੋਂ ਇੱਕ ਬਣਾਉਣੇ ਨੇ, ਭਾਵੇਂ ਹਿੰਦੂਆਂ ਤੇ ਮੁਸਲਮਾਨਾਂ ਤੋਂ ਸਿਰਫ ਮੁਸਲਮਾਨ ਮੈਂ ਬਣਾਉਣੇ ਨੇ। ਉਹ 50 ਸਾਲ ਤਲਵਾਰ ਚੁੱਕ ਕੇ ਤੁਰਿਆ ਫਿਰਦਾ ਰਿਹਾ। ਪਤਾ ਤੁਹਾਨੂੰ ਉਹਨੇ ਕਿੰਨੇ ਸਾਲ ਰਾਜ ਕੀਤਾ? ਉਮਰ ਉਹਦੀ 90 ਤੋਂ ਜ਼ਿਆਦਾ ਸੀ। ਰਾਜ ਉਹਨੇ 50 ਸਾਲ ਕੀਤਾ, ਪਰ ਹੋਇਆ ਕਿ ਉਹਦੇ ਹੁੰਦਿਆਂ ਉਹ ਦੋ ਬਣਾਉਂਦਾ ਸੀ, ਤਿੰਨ ਹੋ ਗਏ। ਇਹ ਖਾਲਸਾ ਪੰਥ ਨਵਾਂ ਪੈਦਾ ਹੋ ਗਿਆ। ਅੱਜ ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਾ ਪੁੱਛ ਜਾ ਕੇ ਸੇਵੋ ਏਕ ਹੱਦ ਦਵੈ ਖੋਏ। ਜਾ ਕੇ ਉਹਨੂੰ ਕਹੋ ਦੋ ਹੱਦਾਂ ਤੋੜ ਦੇ। ਮਤ ਸੋਚ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ, ਇਹ ਰਸਤੇ ਨੇ, ਰੱਬ ਇੱਕੋ ਹੀ ਹੈ। ਰੱਬ ਦੋ ਨਹੀਂ ਹੈ, ਰਸਤੇ ਦੋ ਹੋ ਸਕਦੇ ਨੇ। ਜਿਵੇਂ ਆਪਾਂ ਕਿਸੇ ਵੀ ਸ਼ਹਿਰ ਜਾਣਾ ਹੋਵੇ, ਇੱਕ ਸ਼ਹਿਰ ਜਾਣ ਲਈ ਕਈ ਰਸਤੇ ਹੁੰਦੇ ਨੇ, ਕਈ ਪਾਸਿਆਂ ਤੋਂ ਸੜਕਾਂ ਜਾਂਦੀਆਂ ਨੇ, ਥੋੜਾ ਜਿਹਾ ਕਈ ਵਲ ਪਾ ਕੇ ਘੁੰਮ ਕੇ ਵੀ ਚਲ ਜੀਦਾ ਕਿਤੇ। ਪਰ ਇਹਦਾ ਅਰਥ ਇਹ ਨਹੀਂ ਕਿ ਸ਼ਹਿਰ ਦੋ ਨੇ, ਸ਼ਹਿਰ ਇੱਕੋ ਹੀ ਹੈ, ਮੁਕਾਮ ਇੱਕੋ ਹੀ ਹੈ, ਮੰਜ਼ਿਲ ਇੱਕੋ ਹੀ ਹੈ, ਰੱਬ ਇੱਕ ਹੈ। ਹਾਂਜੀ। एक खुदाए रव्यो सब माही इਉ जाने बिन मिलन दुराही। ਇਸ ਕਰਕੇ ਜਾਓ, ਮੁਰੀਦ ਨੂੰ ਕਿਹਾ ਜਾ ਕੇ ਆਪਣੇ ਪੀਰ ਨੂੰ ਕਹਿ ਏਕ ਖੁਦਾਏ ਰਵਿਓ ਸਭ ਮਾਹੀ। ਰੱਬ ਇੱਕੋ ਹੀ ਹੈ। ਹਿੰਦੂਆਂ ਦਾ ਵੀ ਉਹੀ ਰੱਬ ਹੈ, ਮੁਸਲਮਾਨਾਂ ਦਾ ਵੀ ਉਹੀ ਰੱਬ ਹੈ, ਸਭ ਦਾ ਰੱਬ ਇੱਕੋ ਹੀ ਹੈ। ਕਿੰਨੇ ਦੁਨੀਆ ਵਿੱਚ 300 ਦੇ ਕਰੀਬ ਧਰਮ ਮੰਨੇ ਗਏ ਨੇ। ਇਹਦਾ ਅਰਥ ਇਹ ਨਹੀਂ ਕਿ ਰੱਬ 300 ਹੈ, ਰੱਬ 300 ਨਹੀਂ ਹੈ, ਰੱਬ ਇੱਕੋ ਹੀ ਹੈ। ਕਿੰਨੀਆਂ ਨਸਲਾਂ ਦੇ ਲੋਕ ਨੇ, ਵੇਖੋ ਚੀਨੇ ਵੱਖਰੇ ਨੇ, ਜਾਪਾਨੀ ਵੱਖਰੇ ਨੇ, ਨੇਪਾਲੀ ਵੱਖਰੇ ਨੇ, ਰਸ਼ੀਅਨ ਹੋਰ ਤਰ੍ਹਾਂ ਦੇ ਨੇ, ਅਮਰੀਕਨ ਹੋਰ ਤਰ੍ਹਾਂ ਦੇ ਨੇ, ਸ਼ਕਲਾਂ ਹੀ ਨਹੀਂ ਰਲਦੀਆਂ। ਮੂੰਹ ਮਹਾਂਦਰੇ ਤੋਂ ਲੈ ਕੇ ਡੀਲ ਡੌਲ ਤੱਕ ਸਭ ਕੁਝ ਚੇਂਜ ਹੈ, ਭਾਸ਼ਾ ਚੇਂਜ ਹੈ, ਇੱਥੋਂ ਤੱਕ ਲੋਕਾਂ ਦਾ ਖਾਣਾ ਚੇਂਜ ਹੈ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਨਫ਼ਰਤ ਕਰਦੇ ਹਾਂ, ਕਈ ਉਹੀ ਚੀਜ਼ਾਂ ਲੱਭ ਕੇ ਖਾਂਦੇ ਨੇ। ਚੂਹੇ ਹੋ ਗਏ, ਕਾਕਰੋਚ ਹੋ ਗਏ, ਸੱਪ ਹੋ ਗਏ। ਹੁਣ ਸਾਡੇ ਰਸੋਈ 'ਚ 4 ਕਾਕਰੋਚ ਆ ਜਾਣ ਤੇ ਮੈਨੂੰ ਨਹੀਂ ਖਿਆਲ ਕਿ ਰਾਤ ਨੂੰ ਬੀਬੀ ਖਾਣਾ ਵੀ ਬਣਾਏਗੀ। ਉਹ ਡਰਾਇੰਗ ਰੂਮ 'ਚ ਬੈਠੀ ਹੋਏਗੀ ਜਾ ਕੇ ਵੀ ਉੱਥੇ ਤੇ ਕਾਕਰੋਚ ਨਿਕਲ ਆਏ ਨੇ। ਤੇ ਕਿਤੇ ਚੀਨੀ ਭੈਣ ਹੁੰਦੀ ਤੇ ਆਉਂਦਿਆਂ ਨੂੰ ਉਹਨੇ ਟੇਬਲ ਸਜਾਇਆ ਹੋਣਾ ਸੀ ਡਰਾਇੰਗ ਰੂਮ ਦਾ, ਵੀ ਆ ਵੇਖੋ ਜੀ ਅੱਜ ਤੇ ਘਰੇ ਹੀ ਮਾਲ ਬਥੇਰਾ ਆ ਗਿਆ। ਹੁਣ ਲੋਕਾਂ ਦੀਆਂ ਖਾਣੀਆਂ ਵੱਖਰੀਆਂ ਨੇ, ਬਾਣੀਆਂ ਵੱਖਰੀਆਂ ਨੇ, ਦੱਸੋ ਕੀ ਕਰੋਗੇ ਤੁਸੀਂ? ਪਰ ਕੁਦਰਤ ਕੇ ਸਭ ਬੰਦੇ ਤੇ ਸਾਰੇ ਹੀ ਰੱਬ ਦੇ ਨੇ। ਹਾਂਜੀ। मुसलमान ना हिंदू को करन हार सब को एक हो। ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਕਰਨ ਕਰਾਉਣ ਵਾਲਾ ਤੇ ਰੱਬ ਹੈ। ਕੀ ਆਪ ਜੀ ਨੂੰ ਪਤਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਮੋਦੀ ਖਾਨਾ ਛੱਡਿਆ ਤੇ ਪਹਿਲੀ ਆਵਾਜ਼ ਕੀ ਦਿੱਤੀ ਸੀ? ਸੁਲਤਾਨਪੁਰ ਦੀ ਧਰਤੀ ਤੋਂ ਜਦੋਂ ਸਤਿਗੁਰੂ ਨੇ ਸਿੱਖੀ ਦਾ ਆਗਾਜ਼ ਕੀਤਾ ਤੇ ਕੀ ਆਵਾਜ਼ ਦਿੱਤੀ? ਆਵਾਜ਼ ਇਹ ਦਿੱਤੀ, ਵਹੀ ਨਦੀ ਤੋਂ ਨਿਕਲ ਕੇ ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਉਹ ਜਿਹੜੀ ਮਸੀਤ ਦੀ ਨਮਾਜ਼ ਪੜ੍ਹਨ ਦੀ ਸਾਖੀ ਹੈ, ਉਹਦੀ ਭੂਮਿਕਾ ਕੀ ਹੈ, ਉਹਦਾ ਮੁੱਢ ਕੀ ਹੈ? ਉਹਦਾ ਮੁੱਢ ਹੀ ਇਹ ਸੀ। ਸਤਿਗੁਰੂ ਉੱਚੀ ਉੱਚੀ ਕਹਿੰਦੇ ਨੇ ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਤੇ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਜਾ ਕੇ ਸੁਲਤਾਨਪੁਰ ਦੇ ਨਵਾਬ ਨੂੰ ਚੁੱਕਿਆ। ਉਹਨਾਂ ਕਿਹਾ ਨਵਾਬ ਜੀ ਤੁਹਾਡੇ ਮੋਦੀ ਦਾ ਹੋ ਗਿਆ ਦਿਮਾਗ ਖਰਾਬ, ਤੁਸੀਂ ਕਿਸੇ ਦੀ ਗੱਲ ਸੁਣਦੇ ਨਹੀਂ ਹੋ। ਚਲੋ ਬਾਕੀ ਗੱਲਾਂ ਤੇ ਛੱਡੀਆਂ, ਹੁਣ ਤੇ ਧਰਮ ਖਤਰੇ ਵਿੱਚ ਪੈ ਗਿਆ। ਇਹ ਕਹਿੰਦਾ ਕੋਈ ਮੁਸਲਮਾਨ ਹੈ ਹੀ ਨਹੀਂ।
कोई मुसलमान ही नहीं हैगा, फिर दसो तुसी कौन हो? तो जे तुसी मुसलमान नहीं हो तो आ जिहड़ियां मसीतां बनाईयां ने ये काहदियां ने? नवाब ने कहा भी गल की है? वो कहन लगे जी ये हिंदू है, ये साडे धर्म नूं खत्म करना चाहुंदा है। नवाब ने कहा भी इहदा हल की है? कहंदा हल की, इहनूं कहो मसीते चले, ये जाएगा ही नहीं क्योंकि हिंदू है, ये क्यों जाएगा मस्जिद विच? नवाब ने बुलाया, आख्या नानक तू मसीत चलेगा? सतगुरु कहते चलो। तू साडे नाल नमाज पढ़ेगा? सतगुरु कहते चलो। तुसी उस साखी नूं पूरी तरह सुनो, अगर उन्होंने पूरी तरह सुनोगे तो उत्थे केवल नमाज पढ़ने वाले मुसलमान इकट्ठे नहीं होए, उत्थे तमाशबीन मुसलमान भी इकट्ठे होए। कल्ले मुसलमान नहीं, उत्थे हिंदू बहुते इकट्ठे होए। उन्होंने जाके जीजे जयराम नूं भी कहा, जीजे दे पिता परमानंद जी नूं भी कहा, भैन नानकी नूं भी कहा भी आ जिहड़ियां अगलियां ते कमलियां गल्लां कीतियां नानक ने सो कीतियां भी अज की नवा वड्डा कहर करन लगा है भी अज एक हिंदू हो के ये मुसलमानां दी मसीत विच जाके नमाज पढ़ेगा, ये अपना धर्म कन्वर्ट करन लगा है, धर्म बदल लगा है भी आ काम तो नहीं इनू करना चाहिए ना। हिंदू होके हुणे धर्म ही तब्दील कर लेगा अपना। हिंदू लोग बहुत इकट्ठे होए भी वेखिए भी नानक धर्म किवें तब्दील करदा है, किवें अपना धर्म परिवर्तन करदा है। ये उत्थों शुरू होया सी। सतगुरु ने नहीं सी कहा भी चलो जी मेरे नाल चल के नमाज पढ़ो मैं तुहानूं समझावां, नहीं वो गुरु नानक नूं पकड़ के लैके गया सी भी चल तू किवें कहना कोई हिंदू नहीं कोई मुसलमान नहीं। तो इस कथा नूं सुनने की लोड़ है। सतगुरु पिता महाराज कहन लगे भाई मुसलमान ना हिंदू को करनहार सबको एक हो। कोई हिंदू कोई मुसलमान नहीं, करण कराउण वाला एक रब है। कोई हिंदुआं विच करी जांदा है, कोई मुसलमानां विच करी जांदा है। कमाल दी उस रब दी शक्ति है। हुण तुसीं होर छड्डो अपने च जिहड़े पंजाबी बोलते ने। मैं एक दिन पहला भी गल की, मैं अपने एक मुसलमान वीर नूं पुछया, हुण ते चला गया दुनिया तो, मुहम्मद रफी कासमी उन्हां दा नाम सी। मैं क्या मौलाना कासमी साहब, चलो साडी तां पंजाबी कई तरह की है, अंबरसरी होर तरह की है, मालवे की होर तरह की है, पटियाले वाली 30 की है, रोपड़ वाली कुछ होर ही तरह की है। वो तो गन्ने नूं भी एक कहंदे ने। ते तुहाडी अरबी तो इक्को ही होएगी, क्योंकि साडे तां पंजाबी दे विच कई कुछ हो गया, पर तुहाडे तां उस समय तो लैके अज तक कुरान बदली नहीं। तुहानूं दुनिया की किसी भाषा विच कुरान शरीफ नहीं मिलेगी। हुण तुसीं कहोगे जी पंजाबी च हैगी है, पंजाबी च वेखनी होवे ते मेरे कोल भी हैगी है, पर सिर्फ ट्रांसलेशन है। जिथे अरबी लिखी वो अरबी लिखी है, जिथे ओदे अर्थ ने वो पंजाबी विच ने। अगर मैं ओदा मूल पाठ करना होवे ते वो पंजाबी च नहीं हैगा। ये आपां ही आ भी हुक्मनामा भी हिंदी का ला दिओ जी, हुक्मनामा भी अंग्रेजी का ला दिओ जी। हुण ते कहंदे जी ग्रंथी भी अंग्रेजी वाला ला दिओ जी। पहला पंजाबी घरों कढ़ी, हुण गुरुद्वारे कढ़ण ते लगे असीं। मुसलमाना ने अजे तक कुरान शरीफ दुनिया की किसी भाषा विच प्रिंट नहीं की, उसकी ट्रांसलेशन है। हुण तुसीं वेखो दुनिया च कितनियां भाषावां ने, कि रब सारियां दी भाषा जानदा है। गुरु नानक साहब की सब तो वड्डी वडियाई ये है कि उन्होंने कितनियां लैंग्वेज आउंदियां होणगियां। वो मक्के काबे भी गए, उत्थे किहड़ी भाषा च गल करदे होणगे। इत्थे चंगा भला बंदा तमिलनाडु नहीं जा सकता। वो जिहड़े तमिल ने ना वो अंग्रेजी भी नहीं बोलते।
ਤੁਹਾਡੀ ਪੰਜਾਬੀ ਹਿੰਦੀ ਤੋਂ ਨਾ ਕੀ ਬੋਲਣੀ ਹੈ, ਪਰ ਅੰਗਰੇਜ਼ੀ 'ਚ ਫਿਰ ਥੋੜਾ ਬਹੁਤਾ ਤੁਹਾਨੂੰ ਜਵਾਬ ਦੇਣਗੇ। ਹਿੰਦੀ ਬੋਲੋਗੇ ਤੇ ਬੋਲਣਗੇ ਨਹੀਂ ਤੁਹਾਡੇ ਨਾਲ। ਫਿਰ ਰੱਬ ਸਾਰਿਆਂ ਦੀਆਂ ਫਰਿਆਦਾਂ ਕਿਵੇਂ ਸੁਣਦਾ ਹੈ, ਕਿਹੜੀ ਭਾਸ਼ਾ 'ਚ ਸੁਣਦਾ ਹੈ, ਉਹ ਮੈਨੂੰ ਪਤਾ ਜੇ, ਕਿਉਂਕਿ ਮੈਂ ਆਪਣੇ ਗੁਰੂ ਤੋਂ ਸਮਝੀ ਗੱਲ। ਭਾਖਿਆ ਭਾਉ ਅਪਾਰ, ਉਹ ਪਿਆਰ ਦੀ ਬੋਲੀ ਸਮਝਦਾ ਜੀ। ਹੁਣ ਤੁਸੀਂ ਕਹੋਗੇ ਜੀ ਪਿਆਰ ਦੀ ਬੋਲੀ ਜਿਵੇਂ ਕੁੱਤੇ ਸਮਝਦੇ ਨੇ, ਕਬੂਤਰ ਸਮਝਦੇ ਨੇ, ਤੋਤੇ ਸਮਝਦੇ ਨੇ। ਤੁਸੀਂ ਕਬੂਤਰ ਪਾਲ ਲਓ, ਫਿਰ ਉਹ ਜਿਹੜੇ ਕਬੂਤਰਬਾਜੀ ਕਰਦੇ ਨੇ, ਉਡਾ ਦਿਓ ਕਬੂਤਰ, 2-2 3-3 ਦਿਨ ਕਬੂਤਰ ਥੱਲੇ ਨਹੀਂ ਉਤਰਦਾ। ਲੱਖਾਂ ਕਰੋੜਾਂ ਰੁਪਈਆਂ ਦੇ ਇਨਾਮ ਲੱਗਦੇ ਨੇ ਕਬੂਤਰ ਦੀ ਉਡਾਰੀ ਤੇ, ਪਰ ਜਿੱਦਣ ਵਾਪਸ ਆਏਗਾ ਤੁਹਾਡੇ ਘਰੇ ਆਏਗਾ, ਤੁਹਾਡੀ ਛਤਰੀ ਤੇ ਆਏਗਾ। ਤੁਸੀਂ ਜਾਣਦੇ ਹੋ ਜਦੋਂ ਡਾਕ ਸਿਸਟਮ ਨਹੀਂ ਸੀਗਾ ਤੇ ਚਿੱਠੀ ਕਬੂਤਰ ਲੈ ਕੇ ਜਾਂਦਾ ਸੀ। ਕਬੂਤਰ ਦਾ ਨੈਵੀਗੇਸ਼ਨ ਵੀ ਖਰਾਬ ਨਹੀਂ ਹੁੰਦਾ, ਕਦੇ ਨਹੀਂ ਭੁੱਲਦਾ। ਤੁਸੀਂ ਕਦੇ ਬੰਗਲਾ ਸਾਹਿਬ ਨੋਟ ਕੀਤਾ ਵੀ ਇੱਥੇ ਬਾਹਰ 9.5 ਫੁੱਟ ਦਾ ਦਰਵਾਜ਼ਾ ਹੁੰਦਾ ਸੀ। ਇੱਕ ਦਿਨ ਤਾਬਿਆ ਬੈਠਾ, ਮੇਰੇ ਮਨ 'ਚ ਆਈ ਵੀ ਅਸੀਂ ਕਹਿੰਦੇ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਦਰਬਾਰ ਹੈ ਤੇ ਦਰਬਾਰ ਦਾ ਬੂਹਾ 9.5 ਫੁੱਟ ਤਾਂ ਨਹੀਂ ਹੋ ਸਕਦਾ। ਚਲੋ ਇੱਕ ਨਾਲ ਗੱਲ ਕੀਤੀ, ਦੂਜੇ ਨਾਲ ਕੀਤੀ, ਪ੍ਰਬੰਧਕਾਂ ਨਾਲ ਕੀਤੀ, ਕੋਈ ਇਧਰੋਂ ਫੜਿਆ ਕੋਈ ਉਧਰੋਂ ਫੜਿਆ। ਇੱਕ ਮੈਨੂੰ ਆਰਕੀਟੈਕਟ ਮਿਲ ਗਿਆ ਭੁੱਲਰ, ਇੱਥੇ ਗੁਰਦੁਆਰਾ ਸਾਹਿਬ ਸੇਵਾ ਚੱਲਦੀ ਸੀ, ਇਹ ਉੱਪਰ ਫਾਲ ਸੀਲਿੰਗ ਦਾ ਕੰਮ ਹੁੰਦਾ ਸੀ। ਮੈਂ ਕਿਹਾ ਭਾਜੀ ਮਹਾਰਾਜ ਦੇ ਦਰਬਾਰ ਦੇ ਜੇ ਦਰਵਾਜ਼ੇ ਦੀ ਗੱਲ ਕਰਨੀ ਕਿਵੇਂ ਹੋ ਸਕਦੀ ਹੈ? ਉਹ ਕਹਿਣ ਲੱਗਾ 13.5 ਫੁੱਟ ਹੋ ਸਕਦਾ, ਅੱਜ 13.5 ਫੁੱਟ ਹੈ। ਚਲੋ ਹੋ ਗਿਆ। ਹੁਣ ਇੱਕ ਮੁਸੀਬਤ ਆ ਗਈ, ਜਦੋਂ 9.5 ਫੁੱਟ ਸੀ ਉਦੋਂ ਵੀ ਕਬੂਤਰ ਤੇ ਕਬੂਤਰੀ ਅੰਦਰ ਆਉਂਦੇ ਸੀ। ਕਦੇ ਵੇਖਿਆ ਬਈ ਇੱਥੇ ਇੱਕ ਢਾਂਗਾ ਜਿਹਾ ਖੜਾ ਹੁੰਦਾ ਸੀ, ਇੱਥੇ ਲੰਬਾ ਜਿਹਾ ਇੱਕ ਕਾਨਾ ਜਿਹਾ ਡੰਡਾ ਜਿਹਾ, ਕਬੂਤਰ ਆ ਕੇ ਚੰਦੋਏ ਦੀਆਂ ਰੱਸੀਆਂ ਤੇ ਬਹਿ ਜਾਂਦਾ ਸੀ ਤੇ ਸੇਵਾਦਾਰ ਪੋਚਾ ਲੈ ਕੇ ਤੁਰੇ ਫਿਰਦੇ ਹੁੰਦੇ ਸੀ, ਬਿੱਠਾ ਚੁੱਕਦੇ। ਹੁਣ ਮੁਸੀਬਤ ਇਹ ਹੋ ਗਈ ਵੀ ਕਬੂਤਰ ਤੇ 9.5 ਫੁੱਟ ਤੋਂ ਨਹੀਂ ਹਟਦਾ ਤੇ 13.5 ਫੁੱਟ ਹੋ ਗਿਆ। ਹੁਣ ਕਦੇ ਨੋਟ ਕਰਿਓ, ਜਦੋਂ ਦੁਬਾਰਾ ਲੰਘੋਗੇ ਇਹਦੇ ਵਿੱਚ ਤਕਰੀਬਨ 4 ਫੁੱਟ ਦਾ ਪਲੇਨ ਸ਼ੀਸ਼ਾ ਹੈ। ਉਹ ਇੰਨਾ ਪਲੇਨ ਹੈ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਸ਼ੀਸ਼ਾ ਵੀ ਲੱਗਾ ਹੋਇਆ ਵਿੱਚ। ਉਹਦੀ ਸ਼ੀਸ਼ੇ ਦੀ ਲਾਉਣ ਦੀ ਐਡੀ ਕਲਾਕਾਰੀ ਹੈ ਕਿ ਤੁਹਾਨੂੰ 13.5 ਫੁੱਟ ਦਰਵਾਜ਼ੇ ਦਾ ਹੀ ਪਤਾ ਹੈ, ਵਿੱਚ 4 ਫੁੱਟ ਸ਼ੀਸ਼ੇ ਦਾ ਪਤਾ ਲੱਗਦਾ ਹੀ ਨਹੀਂ। ਤਾਂ ਤੁਸੀਂ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ ਵੀ ਉਹ ਜਿਹੜਾ ਕਬੂਤਰ ਹੈ ਨਾ, ਉਹ 50 ਵਾਰੀ ਸ਼ੀਸ਼ੇ 'ਚ ਵੱਜਾ ਆ ਕੇ, ਉਹ ਐਡਾ ਢੀਠ ਹੈ ਵੀ ਹੁਣ ਵੀ ਆਉਂਦਾ ਹੈ। ਪੰਛੀਆਂ ਨੂੰ ਭਾਸ਼ਾ ਪਤਾ ਹੈ। ਤੁਹਾਡੇ ਘਰ ਦਾ ਕੁੱਤਾ ਹੈ ਨਾ, ਉਹਨੂੰ ਵੀ ਪਿਆਰ ਦੀ ਬੋਲੀ ਆਉਂਦੀ ਹੈ। ਔਰ ਤੁਸੀਂ ਆਪ ਇਸ ਗੱਲ ਦੇ ਗਵਾਹ ਹੋਵੋਗੇ, ਮਾਲਕ ਮਰ ਜਾਏ ਦੂਜੇ ਦਿਨ ਕੁੱਤਾ ਮਰ ਜਾਂਦਾ ਹੈ। ਮਾਲਕ ਮਰ ਜਾਏ, ਕਈ ਵਾਰੀ ਘਰ ਦੀ ਗਾਂ ਦੂਜੇ ਦਿਨ ਮਰ ਜਾਂਦੀ ਹੈ। ਮਾਲਕ ਮਰ ਜਾਏ, ਘਰ ਦੀ ਪਾਲੀ ਬਿੱਲੀ ਰੋਟੀ ਨਹੀਂ ਖਾਂਦੀ। ਮਾਲਕ ਮੰਜੀ ਤੇ ਬਿਮਾਰ ਪੈ ਜਾਏ, ਕੁੱਤਾ ਬਾਹਰ ਉੱਠ ਕੇ ਨਹੀਂ ਜਾਂਦਾ, ਵਿਹੜੇ ਵਿੱਚੋਂ ਮੰਜੀ ਦੇ ਥੱਲੇ ਬਹਿ ਜਾਂਦਾ ਹੈ ਵੀ ਮੇਰਾ ਮਾਲਕ ਖੁਸ਼ ਨਹੀਂ ਹੈ ਤੇ ਮੈਂ ਕਾਹਨੂੰ ਬਾਹਰ ਚੱਲਣ ਜਾਣਾ ਹੈ। ਪਰਮਾਤਮਾ ਨੂੰ ਸਿਰਫ ਤੁਹਾਡੀ ਇੱਕ ਭਾਸ਼ਾ ਦਾ ਪਤਾ ਹੈ। ਮਤ ਸੋਚਣਾ ਵੀ ਉਹ ਪੰਜਾਬੀ ਸਮਝਦਾ ਹੈ, ਨਹੀਂ, ਉਹਨੂੰ ਪੰਜਾਬੀ ਨਹੀਂ ਆਉਂਦੀ। ਮਤ ਸੋਚਣਾ ਉਹਨੂੰ ਅੰਗਰੇਜ਼ੀ ਆਉਂਦੀ, ਉਹਨੂੰ ਅੰਗਰੇਜ਼ੀ ਨਹੀਂ ਆਉਂਦੀ। ਇਹ ਭਾਸ਼ਾ ਸਾਡੇ ਵਾਸਤੇ ਨੇ। ਇਹ ਜਿੰਨੀਆਂ ਲੈਂਗੁਏਜ ਨੇ ਇਹ ਤੁਹਾਡੇ ਮੇਰੇ ਵਾਸਤੇ ਨੇ ਕਿ ਮੈਂ ਆਪਣੀ ਗੱਲ ਕਹਿ ਸਕਾਂ, ਤੁਸੀਂ ਮੇਰੀ ਗੱਲ ਨੂੰ ਸਮਝ ਸਕੋ। ਪਰਮਾਤਮਾ ਜਿਹੜਾ ਹੈ ਉਹ ਤਾਂ ਸਦ ਸੁਣਦਾ, ਸਦ ਵੇਖਦਾ। ਉਹ ਤੇ ਕੋਲ ਖਲੋਤਾ ਵੇਖੀ ਵੀ ਜਾਂਦਾ ਤੇ ਉਹਨੂੰ ਹਰ ਚੀਜ਼ ਦਾ ਪਤਾ ਹੈ। ਉਹ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ। ਹਾਂਜੀ।
ਪਖੈ ਬਾਦ ਮੈਂ ਉਰਜੇ ਜੋਈ ਹੱਦਾਂ ਦੋਏ ਜਾਣ ਹੈ ਸੋਈ। ਜਿਹੜੇ ਲੋਕ ਪੱਖਵਾਦੀ ਨੇ, ਗੁਰੂ ਨਾਨਕ ਸਾਹਿਬ ਨੇ ਸ਼ੇਖ ਬ੍ਰਹਮ ਨੂੰ ਕਿਹਾ ਵੀ ਜਿਹੜੇ ਲੋਕ ਪੱਖਵਾਦੀ ਨੇ ਉਹਨਾਂ ਨੇ ਰੱਬ ਦੀਆਂ ਦੋ ਹੱਦਾਂ ਬਣਾਈਆਂ ਨੇ, ਇੱਕ ਹਿੰਦੂਆਂ ਦੀ ਇੱਕ ਮੁਸਲਮਾਨਾਂ ਦੀ। ਹਾਂਜੀ। ਐਸੇ ਬਚਨ ਸੁਣੇ ਗੁਰ ਤੀਰ ਗਮਣਿਓ ਤਬ ਸਮੀਪ ਨਿਜ ਪੀਰ। ਇਦਾਂ ਦੇ ਬਚਨ ਸੁਣ ਕੇ ਜਿਹੜਾ ਮੁਰੀਦ ਸੀ ਆਪਣੇ ਪੀਰ ਕੋਲ ਚਲਾ ਗਿਆ, ਸ਼ੇਖ ਬ੍ਰਹਮ ਜੀ ਕੋਲ ਚਲਾ ਗਿਆ। ਹਾਂਜੀ। ਸਰਬ ਜਵਾਬ ਸੁਣਾਇਓ ਜਬ ਹੀ ਬੋਲਿਓ ਪੀਰ ਤਾਹੇ ਸੋ ਤਬ ਹੀ। ਇਹਨੇ ਮੁਰੀਦ ਨੇ ਜਾ ਕੇ ਆਪਣੇ ਪੀਰ ਨੂੰ ਉਹ ਜਿਹੜੀ ਇਹ ਬੈਤ ਲੈ ਕੇ ਆਇਆ ਸੀ ਉਹਦੇ ਅਰਥ ਵੀ ਦੱਸੇ, ਤੇ ਉਹਦੇ ਅਰਥਾਂ ਦੀ ਵਿਆਖਿਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਕੀਤੀ ਉਹ ਵੀ ਸੁਣਾਈ। ਹਾਂਜੀ। ਤਾਤ ਬਾਤ ਕੋ ਮਰਮ ਜੋ ਤੈ ਜਾਣਿਓ ਕੈ ਨਾਹੇ। ਤਾਤ ਬਾਤ ਕੋ ਮਰਮ ਜੋ ਤੈ ਜਾਣਿਓ ਕੈ ਨਾਹੇ। ਮੁਰੀਦ ਜਿਹੜਾ ਸੀ ਉਹ ਆਪਣੇ ਮੁਰਸ਼ਿਦ ਨੂੰ ਪੁੱਛਦਾ ਹੈ ਵੀ ਮਾਲਕ ਇਹ ਜਿਹੜਾ ਗੱਲ ਦਾ ਤਾਤ ਪਰਜ ਹੈ ਵੀ ਤੁਹਾਨੂੰ ਸਮਝ ਆਇਆ? ਮੈਨੂੰ ਤਾਂ ਉਹਨਾਂ ਨੇ ਜੋ ਸਮਝਾਇਆ ਮੈਂ ਤੁਹਾਨੂੰ ਆ ਕੇ ਦੱਸ ਦਿੱਤਾ। ਹਾਂਜੀ। ਅਜਮਤ ਇਸ ਮਹਿ ਅਦਕ ਹੈ ਸੁਣੋ ਸਮਝ ਮਨ ਮਾਹੇ। ਉਹਦੇ ਵਿੱਚ ਅਜਮਤ ਬਹੁਤ ਹੈ, ਉਹਦੇ ਵਿੱਚ ਕਰਾਮਾਤ ਬਹੁਤ ਹੈ, ਉਹਦੇ ਵਿੱਚ ਸ਼ਕਤੀ ਬਹੁਤ ਹੈ। ਇਹ ਗੱਲ ਤੁਹਾਨੂੰ ਆਪਣੇ ਮਨ ਵਿੱਚ ਸਮਝਣ ਦੀ ਲੋੜ ਹੈ। ਹਾਂਜੀ। ਦਵੈਤ ਖੋਏ ਜਿਨ ਏਕ ਪਛਾਨਾ ਮਿਲੇ ਖੁਦਾਏ ਸੇ ਮਨਜ ਸੁਜਾਨਾ। ਜਿਹੜਾ ਵਿਅਕਤੀ ਦਵੈਤ ਖੋਏਗਾ, ਜਿੰਨਾ ਚਿਰ ਦੂਈ ਨਹੀਂ ਖੋਵੋਗੇ ਇੱਕ ਦੀ ਪਹਿਚਾਨ ਨਹੀਂ ਹੋਏਗੀ। ਜਿੰਨਾ ਚਿਰ ਤੁਸੀਂ ਦੂਈ ਦਵੈਤ ਵਿੱਚ ਪਏ ਰਹੋਗੇ, ਤੁਸੀਂ ਆਪਣੇ ਘਰ 'ਚ ਵੇਖ ਲਓ, ਜਿੰਨਾ ਚਿਰ ਘਰ ਦੇ ਵਿੱਚ ਤੁਸੀਂ ਵੰਡੀਆਂ ਪਾ ਕੇ ਰੱਖੋਗੇ ਉਹਨਾਂ ਚਿਰ ਘਰ ਤਰੱਕੀ ਨਹੀਂ ਕਰ ਸਕਦਾ। ਜਾਂ ਇਉਂ ਕਹਿ ਲਈਏ ਵੀ ਘਰ 'ਚੋਂ ਬਾਹਰ ਨਿਕਲ ਕੇ ਕੁਝ ਹੋ ਹੀ ਨਹੀਂ ਸਕਦਾ। ਹੁਣ ਉਹਦੇ ਲਈ ਇੱਕ ਫੇਥ ਹੋਣਾ ਚਾਹੀਦਾ, ਉਹਦੇ ਲਈ ਇੱਕ ਵਿਸ਼ਵਾਸ ਹੋਣਾ ਚਾਹੀਦਾ। ਜਿਹੜੇ ਲੋਕ ਦੁਈ ਦਵੈਤ ਦੇ ਵਿੱਚ ਗਵਾਚੇ ਹੋਏ ਨੇ, ਮਿਲੇ ਖੁਦਾਏ ਸੇ ਮਨਜ ਸੁਜਾਨਾ। ਉਹ ਜਿਹੜਾ ਸ਼ੇਖ ਬ੍ਰਹਮ ਸੀ ਕਹਿਣ ਲੱਗਾ ਜੇ ਉਸ ਹਿੰਦੂ ਫਕੀਰ ਨੇ ਦੁਈ ਗਵਾ ਦਿੱਤੀ ਹੈ, ਇੱਕ ਰੱਬ ਨੂੰ ਪਹਿਚਾਣਿਆ ਹੈ, ਕਹਿਣ ਲੱਗਾ ਉਹਦੇ ਦਰਸ਼ਨ ਕਰਨੇ ਚਾਹੀਦੇ ਨੇ, ਉਹਦੇ ਕੋਲ ਚੱਲ ਕੇ ਜਾਣਾ ਚਾਹੀਦਾ ਹੈ। ਹਾਂਜੀ। ਮੈਂ ਕੂ ਕਿਨੋ ਵਾਂਝ ਕੁਥਾਉ ਤਹਿ ਦੀਦਾਰ ਕਰ ਔਰ ਸੁਖ ਪਾਉ। ਉਹ ਆਪਣੀ ਬੋਲੀ ਵਿੱਚ ਬੋਲਦਾ ਹੈ, ਜਿਹੜੀ ਪਾਕ ਪਟਣ ਦੀ ਬੋਲੀ ਹੈ ਉੱਥੋਂ ਦੀ ਬੋਲੀ ਹੈ ਕਿ ਮੈਂ ਕੂ ਕਿਨੋ। ਕਿਨੋ ਦਾ ਅਰਥ ਹੁੰਦਾ ਮੈਨੂੰ ਲੈ ਕੇ ਚੱਲੋ। ਮੈਕੂ ਦਾ ਅਰਥ ਹੈ ਮੈਨੂੰ, ਕਿਨੋ ਦਾ ਅਰਥ ਹੈ ਲੈ ਚੱਲੋ। ਮੈਕੂ ਕਿਨੋ ਵੰਝ ਉਠਾਉ, ਵੰਝ ਤੁਰੋ। ਹੁਣ ਇਹ ਸ਼ਬਦ ਜਿਹੜੇ ਨੇ ਇਹ ਉਧਰ ਦੀ ਬੋਲੀ ਹੈ। ਹੁਣ ਜਿਵੇਂ ਸ਼ਬਦ ਆਉਂਦਾ ਹੈ ਮੰਝ ਮੁਹੱਬਤ ਤੇਰੀ, ਹੁਣ ਇਹ ਸ਼ਬਦ ਉਧਰ ਦੇ ਸ਼ਬਦ ਨੇ। ਕਹਿਣ ਲੱਗਾ ਜੀ ਮੈਨੂੰ ਲੈ ਕੇ ਚੱਲੋ। ਉਠਾਉ ਤਹਿ ਦੀਦਾਰ ਕਰ ਔਰ ਸੁਖ ਪਾਉ। ਮੈਂ ਉਸ ਹਿੰਦੂ ਫਕੀਰ ਦੇ ਦਰਸ਼ਨ ਕਰਕੇ ਸੁਖ ਪਾਉਣਾ ਚਾਹੁੰਦਾ। ਹੈ ਕੋਈ ਐਸਾ ਧਰਤੀ ਤੇ ਜਿਹਨੇ ਦੂਈ ਖਤਮ ਕਰ ਦਿੱਤੀ ਹੋਵੇ, ਜਿਹੜਾ ਇਸ ਵਿਤਕਰੇ ਵਿੱਚ ਨਹੀਂ ਕਿ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ। ਉਹ ਹਿੰਦੂਆਂ ਤੇ ਮੁਸਲਮਾਨਾਂ ਨੂੰ ਰੱਬ ਦੇ ਬੰਦੇ ਇਨਸਾਨ ਸਮਝਦਾ ਹੈ। ਔਰ ਇਸੇ ਕਰਕੇ ਜਦੋਂ ਪੜ੍ਹੇ ਲਿਖੇ ਲੋਕ ਕਹਿੰਦੇ ਨੇ, ਹਾਲਾਂਕਿ ਉਹਨਾਂ ਦੇ ਕਹਿਣ ਦੇ ਪਿੱਛੇ ਅਧੂਰਾ ਗਿਆਨ ਹੁੰਦਾ ਹੈ, ਨਹੀਂ ਜੀ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ, ਇੱਥੋਂ ਤੱਕ ਉਹਨਾਂ ਦੀ ਗੱਲ ਠੀਕ ਹੈ। ਪਰ ਉਹ ਇੰਨੀ ਗੱਲ ਕਹਿਣ ਲੱਗਿਆ ਉਹ ਫਿਰ ਜਿਹੜਾ ਰੱਬ ਵਾਲਾ ਧਰਮ ਹੈ ਉਹਦੇ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਕਰਦੇ ਨੇ। ਨਹੀਂ, ਜੇ ਕਿਤੇ ਉਹ ਇਹਨੂੰ ਨਾਲ ਲੈ ਕੇ ਚੱਲਣ ਤੇ ਉਹ ਸਾਡੇ ਨਾਲੋਂ ਕਿਤੇ ਅੱਗੇ ਚਲੇ ਗਏ। ਅਸਲ ਵਿੱਚ ਧਰਮ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ, ਮਨੁੱਖਤਾ ਹੀ ਸਭ ਤੋਂ ਵੱਡਾ ਧਰਮ ਹੈ। ਆਪਾਂ ਜਦੋਂ ਵਲੀ ਕਧਾਰੀ ਦੀ ਗੱਲ ਕਰਦੇ ਹਾਂ ਉੱਥੇ ਇੱਕੋ ਹੀ ਗੱਲ ਦਾ ਨੁਕਤਾ ਬਾਰ-ਬਾਰ ਆਉਂਦਾ ਹੈ
कि वली कंधारी दे कोल की सी, ਉਹਦੇ ਕੋਲੇ पानी का एक चश्मा सी। चलो पानी उन्हें स्टोर कर लिया, पानी स्टोर करके पियाउण दे बहाने ਉਹਦੀ हट्टी चल गई। लोग इस बहाने ਉਹਦੇ ਕੋਲੇ ਜਾਂਦੇ ਸੀ ਤੇ ਕਹਿੰਦੇ ਸੀ जी सानू वली जी ने पानी दिता पीण नूं, पानी ते रब दा पानी सी, पिआउंदा सी ਉਹ ਲੋਕਾਂ ਨੂੰ। लोग इस गल की कदर करते सी, हालांकि उन्हें रब दे सोमे ते कब्जा कर लिया। पहला मल मार ली जिवें आपां करदे, पहला लोगों का माल इकट्ठा कर लीदा, मुड़ के दान करन लग जाईदा भी लोग मैनूं दानी कहण। सिख धर्म दे विच इसे करके इदां नहीं हैगा। सिख धर्म च हैगा कि जो रब ने तुहानूं दिता है, बिल्कुल कापी पेन लैके, कैलकुलेटर लैके, कापी पेन लैके उन्होंने 10वां हिस्सा पहला वंडो सारिਆਂ ਵਿੱਚ। ਉਹ ਕੀ ਕਰਦਾ ਸੀ, ਪਹਿਲਾਂ पानी रोकदा सी, फिर लोगों ਨੂੰ ਪਿਆਉਂਦਾ ਸੀ। ਜਦੋਂ ਭਾਈ ਮਰਦਾਨਾ ਗਿਆ, पानी ਪਿਆ ਦਿੰਦਾ, ਗੱਲ ਮੁੱਕ ਜਾਣੀ ਸੀ। ਉਹਨੇ ਪੁੱਛਣਾ ਸ਼ੁਰੂ ਕਰ ਦਿੱਤਾ, तू कौन है, तू कित्थों आया है, तेरा पिंड ਕਿਹੜਾ है, तेरे नाल कौन है, दसो। भी पानी का संबंध प्यासे नाल है। पानी पियाउण लग्या भी पहला एड्रैस चाहिए, वैरीफिकेशन चाहिए है, जिवें आपां की आधार कार्ड कढ बई भी तेनूं तां पानी मिलेगा। अच्छा, भाई मरदाने ने सोचा वो साडे वर्गा, चलो मैनूं खिमा कर देना, साडे वर्गा तो नहीं हो सकता, तो बड़ा महान है। पर वो एक पक्ष उहदा सिर्फ कि उन्होंने बड़े मान नाल दसिया भाई मरदाना जी बड़े वड्डे ने, पर वह एक पक्ष मैं क्या साडे वर्गा, जिवें आपां नूं कोई पुछे भी तू कौन है, तो असीं फटाफट आप दसदे आ, मैं ये हाँ जी, मेरा मालक ये है जी, उन्होंने उत्थे कोई फैक्ट्री है जी, कोठी है जी, वो बड़े बड़े सरदार ने जी। भाई मरदाने ने भी दसना शुरू कर दिता भी मैं तलवंडी तो आया जी, मेरा नाम मरदाना है जी, मैं नानक निरंकारी नानक तपा जी का सेवादार हाँ जी, उन्होंने पिता जी पटवारी ने जी। वो वली कंधारी जिहड़ा सी वो उबल गया। पहली गल तो उन्हें कहा भी पानी मैं पियाउणा है, उस ते अपने मुरशद ही करी जाता है। एक उन्होंने ये गल चंगी नहीं लगी। दूजी उन्हें कहा भी अच्छा वो जिहड़ा नानक कुराई है तू वहदा चेला है, तू तो फिर मरासी होएगा। उन्हें कहा जी हाँ। वो कहता पियावा तेनू पानी। उतो ऐसी गल बिगड़ी, ऐसी बिगड़ी कि बाबे नानक ने पानी थले ला लिया। मुड़ के बाबे नानक के पैरों से मत्था टेकदा, फिर भी मैनू माफ़ कर दिओ जी। ਉਹਦੀ बनी बनाई हट्टी ढह गई बेचारे की, क्योंकि पानी के सिर ते ਉਹਦੀ मानता सी। तो जो बाबे ने पानी थले खिंच लिया, फिर उतो पत्थर रोड़दा फिरदा। पंजा साहब की यही कथा है ना। तो इस कथा नूं जदों अज तुसीं सुणदे हो कि शेख ब्रह्म कहन लगा मैनू लैके चलो, मैं ऐसे पीर दे जदों दर्शन करांगा तो मेरा भी जन्म सफला होएगा। हाँ जी। कर मुरीद आगे तेह काला, चढ़ियो पीर शिव का पर चाला। वो शेख ब्रह्म दी किन्नी पूजा सी, उहदे किन्ने मुरीद होणगे, किड्डा वड्डा उहदा दुनिया विच मान मरतबा होएगा। वो शिवका विच बैठ के आया है, अगे अगे वो मुरीद तुरदा है। ते ये जिहड़ा पीर शेख ब्रह्म है, ये पालकी विच बैठा है। 4 बंदियां ने उहदी पालकी चुकी हुई है। हाँ जी। श्री गुर नदर परे तेह जब ही, उतर चलियो पैरन सो तब ही। जिवें ही मुरीद ने दसिया भी शेख जी ओ सामने नानक फकीर है, कहन लगा पालकी इत्थे रख दिओ, शिवका रख दिओ, हुण मैं तुर के जावांगा। उथों फिर तुर के आया। हाँ जी। आए सलामा ले कम कर के, बैठे हो निकट पाओ और धर के। आगे इसने सलामा लेकम बोलिया, बहुत भाव नाल आके बैठा। इत्थे नहीं आया कि उन्हें आके मत्था टेकिया कोई, पर बड़े अदब नाल। देखो जदों तुसी किसी नूं मिलदे हो ना, ये जरूरी नहीं कि तुसी मत्था टेको ते ही अदब हुंदा है। तुसी कई बारी खुद ही महसूस करो कि मैं गया, कहते उन्होंने बड़ा ही चाह किया, उन्हें बड़ी खुशी की। तो तुसी ये भी सुनिया कि घर च सवेरे बहू उठी है, उन्हें आके सस नूं मत्था टेकिया है,
ਤੇ ਸੱਸ ਨੇ ਹੱਥ ਚੁੱਕ ਕੇ ਪਰੇ ਮਾਰੇ ਵੀ ਪਖੰਡ ਨਾ ਕਰਨੀ, ਸਾਰਾ ਦਿਨ ਮੁੜ ਕੇ ਮੈਨੂੰ ਤੂੰ ਪੁੱਛਣਾ ਨਹੀਂ, ਨਾ ਚਾਹ ਨਾ ਪਾਣੀ ਨਾ ਰੋਟੀ ਨਾ ਕੱਪੜੇ ਨਾ ਨਹਾਉਣ ਨੂੰ ਪਾਣੀ ਦੇਣਾ, ਨਾ ਮੰਜੀ ਧੁੱਪੇ ਛਾਵੇਂ ਕਰਨੀ ਹੈ, ਆ ਸਵੇਰੇ ਸਵੇਰੇ ਪਖੰਡ ਕਾਹਦਾ ਮੱਥਾ ਟੇਕ ਰਹੀ ਹੈ ਤੂੰ ਮੈਨੂੰ। ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਕਹੀਏ ਜੀ ਮੱਥਾ ਟੇਕਣਾ ਹੀ ਸਭ ਕੁਝ ਹੈ। ਮੱਥਾ ਟੇਕਣਾ ਉਦੋਂ ਹੀ ਮੁਬਾਰਕ ਹੈ, ਤੁਧ ਨੋ ਨਿਵਣ ਮੰਨਣ ਤੇਰਾ ਨਾਉ, ਜਦੋਂ ਹੁਕਮ ਵੀ ਮੰਨੋਗੇ। ਜਦੋਂ ਇੱਥੇ ਆ ਕੇ ਅਸੀਂ ਹੁਕਮ ਮੰਨਾਂਗੇ ਮੱਥਾ ਟੇਕ ਕੇ, ਤੇ ਮੱਥਾ ਟੇਕਣਾ ਮੁਬਾਰਕ ਹੈ। ਇਹ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਇੱਥੇ ਪੀਰ ਜੀ ਦੇ ਮੱਥਾ ਟੇਕਣ ਦਾ ਜ਼ਿਕਰ ਨਹੀਂ ਆਇਆ, ਪਰ ਉਹਨੇ ਆ ਕੇ ਸਲਾਮਾ ਲੇਕਮ ਆਖਿਆ, ਬਹੁਤ ਚਾਅ ਪ੍ਰਗਟ ਕੀਤਾ। ਉਹਨੇ ਕਿਹਾ ਜੀ ਮੈਨੂੰ ਬੜੀ ਖੁਸ਼ੀ ਹੋਈ ਤੁਸੀਂ ਆਏ ਹੋ, ਮੈਨੂੰ ਤੁਹਾਡੀ ਮਹਿਮਾ ਪਤਾ ਲੱਗੀ ਹੈ, ਵੇਖੋ ਮੈਂ ਚੱਲ ਕੇ ਆਇਆ ਤੁਹਾਡੀ ਜ਼ਿਆਰਤ ਕਰਨ ਵਾਸਤੇ। ਬੂਝਣ ਲਾਗਿਓ ਦੇਹੋ ਬਤਾਈ, ਆਗੇ ਕੈਸੋ ਹਾਲ ਬਿਹਾਈ। ਆਉਂਦਿਆਂ ਹੀ ਉਹਨੇ ਸਮਾਂ ਖਰਾਬ ਨਹੀਂ ਕੀਤਾ। ਇੱਕ ਤਾਂ ਸਾਡੇ 'ਚ ਇਹ ਬੜੀ ਵੱਡੀ ਗੱਲ ਹੈ, ਅਸੀਂ ਕਿਸੇ ਨੂੰ ਫੋਨ ਮਿਲਾਈਏ ਨਾ, ਹੁਣ ਜਿਵੇਂ ਸਾਨੂੰ ਫੋਨ ਆਉਂਦਾ ਹੈ, ਗਿਆਨੀ ਜੀ ਸੁੱਤੇ ਤੇ ਨਹੀਂ? ਨਹੀਂ ਸੁੱਤਾ ਤਾਂ ਨਹੀਂ ਮੈਂ। ਠੀਕ ਹੋ ਨਾ? ਸੇ ਠੀਕ ਆ ਨਾ? ਖਾਣਾ ਖੁਣਾ ਖਾ ਲਿਆ ਜੀ? ਵੀ ਪੁੱਛੋ ਵੀ ਤੂੰ ਰੋਟੀ ਪਕਾ ਕੇ ਡੱਬੇ 'ਚ ਬੈਠਾ ਦੱਸ। ਹਾਲਾਂਕਿ ਉਹ ਨਹੀਂ ਮੈਨੂੰ ਪਤਾ ਤੁਹਾਡਾ ਟਾਈਮ ਬੜਾ ਕੀਮਤੀ ਹੈ, ਵੀ ਟਾਈਮ ਕੀਮਤੀ ਤੇ ਕੰਮ ਦੀ ਗੱਲ ਕਰ। ਸਾਡੀ ਸਾਰਿਆਂ ਦੀ ਆਦਤ ਇਹ ਹੈ ਕਿ ਅਸੀਂ ਆਪਣੀ ਔਰ ਦੂਜੇ ਦੇ ਟਾਈਮ ਦੀ ਰਿਸਪੈਕਟ ਨਹੀਂ ਕਰਦੇ। ਏਡਾ ਵੱਡਾ ਸ਼ੇਖ ਬ੍ਰਹਮ ਆਇਆ ਹੈ ਤੇ ਏਡੇ ਵੱਡੇ ਗੁਰੂ ਨਾਨਕ ਨੂੰ ਮਿਲਿਆ, ਉਹਨੇ ਆ ਕੇ ਬਿਲਕੁਲ ਨਹੀਂ ਕਿਹਾ ਵੀ ਆ ਮਹਾਰਾਜ ਮੈਂ ਹਲਦੀ ਰਾਮ ਦਾ ਸਮਾਨ ਲਿਆਂਦਾ ਹੈ, ਬੀਕਾਨੇਰ ਵਾਲੇ ਦਾ ਲਿਆਂਦਾ ਹੈ, ਆਪ ਰੋਸ਼ਨ ਲਾਲ ਦੀ ਕੁਲਫੀ ਇੱਕ ਆ ਖਾ ਕੇ ਵੇਖੋ, ਆ ਥੋੜਾ ਅਕੇਲੇ ਨੇ ਆਏ ਉੱਥੋਂ ਕਸ਼ਮੀਰ ਤੋਂ ਸੇਬ ਆਏ ਨੇ, ਇਹ ਖਾ ਕੇ ਵੇਖੋ ਤੁਸੀਂ। ਨਾ, ਉਹਨੇ ਟੂ ਦਾ ਪੁਆਇੰਟ ਗੱਲ ਕੀਤੀ ਹੈ। ਨਾ ਆਪਣਾ ਟਾਈਮ ਖਰਾਬ ਕੀਤਾ, ਨਾ ਦੂਜੇ ਦਾ ਟਾਈਮ ਖਰਾਬ ਕੀਤਾ। ਸਾਡਾ ਤੇ ਕੁਛ ਟਾਈਮ ਤੇ ਉਹ ਮੁਸਲਮਾਨਾਂ ਵਾਂਗੂ ਲੰਘ ਜਾਂਦਾ, ਪਹਿਲੇ ਆਪ ਗੱਡੀ ਟਪਾ ਦਿੰਦੇ ਅਸੀਂ। ਰਹਿੰਦਾ ਖੁੰਦਾ ਟਾਈਮ ਅਸੀਂ ਖਾਣ ਪੀਣ ਤੇ ਖਰਾਬ ਕਰ ਲੈਂਦੇ ਆ। ਫਿਰ ਕੰਮ ਦੀ ਗੱਲ ਤੇ ਅਸੀਂ, ਸਾਨੂੰ ਪਹਿਲੀ ਗੱਲ ਤੇ ਆਉਂਦੀ ਨਹੀਂ, ਆਉਂਦੀ ਹੈ ਤੇ ਸਾਨੂੰ ਕਰਨੀ ਨਹੀਂ ਆਉਂਦੀ, ਤੇ ਜੇ ਕਰਨੀ ਆਉਂਦੀ ਤੇ ਉਦੋਂ ਤੱਕ ਦੂਜਾ ਟਾਈਮ ਲੰਘ ਚੁੱਕਿਆ ਹੁੰਦਾ। 15 ਮਿੰਟ ਅਸੀਂ ਗਵਾ ਚੁੱਕੇ ਹੁੰਦੇ ਆ ਨਾ। ਉਹਨੇ ਆਉਂਦਿਆਂ ਹੀ ਖੁਸ਼ੀ ਪ੍ਰਗਟ ਕੀਤੀ ਹੈ ਵੀ ਤੁਸੀਂ ਆਏ ਤੇ ਮੈਨੂੰ ਬਹੁਤ ਅੱਛਾ ਲੱਗਾ, ਮੇਰੀ ਖੁਸ਼ਕਿਸਮਤੀ ਹੈ ਕਿ ਤੁਸੀਂ ਇਸ ਨਗਰੀ ਵਿੱਚ ਆ ਕੇ ਆਪਣੇ ਚਰਨ ਪਾਏ ਨੇ। ਕਹਿਣ ਲੱਗਾ ਜੀ ਇੱਕ ਕਿਰਪਾ ਕਰੋ, ਬੂਝਣ ਲਾਗਿਓ ਦੇਹੋ ਬਤਾਈ, ਆਗੇ ਕੈਸੋ ਹਾਲ ਬਿਹਾਈ। ਕਹਿਣ ਲੱਗਾ ਜੀ ਕਿਰਪਾ ਕਰਕੇ ਦੱਸੋ ਵੀ ਅੱਗੇ ਕੀ ਹਾਲ ਹੋਏਗਾ। ਵੀ ਪਿਛਲਾ ਤੇ ਮੈਂ ਵੇਖ ਹੀ ਲਿਆ, ਜਦੋਂ ਦਾ ਜੰਮਿਆ ਜੋ ਕੁਝ ਹੋਇਆ ਬੀਤਿਆ, ਹੱਡ ਬੀਤੀ ਜੱਗ ਬੀਤੀ, ਮੈਂ ਖੁਦ ਗਵਾਹ ਹੈਗਾ। ਅਗਲੀ ਗੱਲ ਸੁਣਾਓ ਜਿਹੜੀ ਰੱਬ ਦੇ ਘਰ ਦੀ, ਜਿਹਦਾ ਮੈਨੂੰ ਨਹੀਂ ਪਤਾ ਅੱਗੋਂ ਕਿਵੇਂ ਹੋਏਗਾ। ਹਾਂਜੀ, ਗੁਰੂ ਭਨੈ ਦਰਗਾਹ ਮਹਿ, ਸਾਚੇ ਪਾਵੈ ਮਾਨ। ਸਤਿਗੁਰੂ ਕਹਿਣ ਲੱਗੇ ਪੀਰ ਜੀ ਅੱਗੇ ਦੀ ਗੱਲ ਇਹ ਹੈ ਵੀ ਰੱਬ ਦੀ ਦਰਗਾਹ ਵਿੱਚ ਮਾਣ ਸਿਰਫ ਸੱਚੇ ਬੰਦੇ ਨੂੰ ਮਿਲੇਗਾ। ਜਿਹੜਾ ਸੱਚਾ ਮਨੁੱਖ ਹੋਏਗਾ ਉਹਨੂੰ ਇੱਜ਼ਤ ਮਿਲੇਗੀ ਉੱਥੇ। ਹਾਂਜੀ, ਕੂੜੀ ਕੂੜੈ ਵੇਖ ਕੀ, ਤਿਨ ਕੋ ਤਹਿ ਨਹਿ ਥਾਨ। ਝੂਠੇ ਤੇ ਝੂਠੇ ਭੇਖ ਕਰਨ ਵਾਲੇ ਲੋਕਾਂ ਦੀ ਰੱਬ ਦੇ ਘਰ ਵਿੱਚ ਕੋਈ ਥਾਂ ਨਹੀਂ। ਇਹਨੂੰ ਕਹਿੰਦੇ ਨੇ ਟੂ ਦਾ ਪੁਆਇੰਟ, ਮਤਲਬ ਦੀ ਗੱਲ। ਥੋੜੇ ਸ਼ਬਦਾਂ 'ਚ ਸਭ ਕੁਝ ਕਹਿ ਦਿੱਤਾ। ਹੁਣ ਇਹਦੀ ਵਿਆਖਿਆ ਕਰਨੀ ਹੈ, ਜਿੰਨੀ ਮਰਜ਼ੀ ਕਰੀ ਜਾਓ। ਸ਼ੇਖ ਬ੍ਰਹਮ ਨੇ ਪੁੱਛਿਆ ਜੀ ਰੱਬ ਦੇ ਘਰ ਦੀ ਗੱਲ ਸੁਣਾਓ। ਸਤਿਗੁਰੂ ਕਹਿਣ ਲੱਗੇ ਰੱਬ ਦੇ ਘਰ ਦੀ ਗੱਲ ਇਹ ਹੈ, ਜਿਹੜੇ ਸਚਿਆਰ ਮਨੁੱਖ ਨੇ ਉਹਨਾਂ ਦੀ ਉੱਥੇ ਬਹੁਤ ਇੱਜ਼ਤ ਹੈ। ਜਿਹੜੇ ਆਪ ਝੂਠੇ ਨੇ, ਜਿਨ੍ਹਾਂ ਦਾ ਭੇਖ ਝੂਠਾ ਹੈ, ਉਹਨਾਂ ਨੂੰ ਰੱਬ ਦੇ ਘਰ 'ਚ ਥਾਂ ਹੀ ਕੋਈ ਨਹੀਂ। ਇਹ ਨਹੀਂ ਵੀ ਉਹਨਾਂ ਨੂੰ ਮੰਜੀ ਮਿਲ ਜਾਏਗੀ ਜੀ, ਮੰਜੀ ਨਹੀਂ ਮਿਲੀ ਚਲੋ ਪੀੜੀ ਮਿਲ ਜਾਏਗੀ, ਚਲੋ ਉਹਨਾਂ ਨੂੰ ਸੌਫਟ ਡਰਿੰਕ ਨਹੀਂ ਮਿਲੇਗਾ, ਉਹਨਾਂ ਨੂੰ ਕੋਈ ਸ਼ਬੀਲ ਦਾ ਮਿੱਠਾ ਪਾਣੀ ਮਿਲ ਜਾਏਗਾ ਹੀ ਨਾ। ਕਹਿੰਦੇ ਥਾਂ ਹੀ ਹੈ ਨਹੀਂ ਉਹਨਾਂ ਵਾਸਤੇ, ਉਹਨਾਂ ਵਾਸਤੇ ਕੋਈ ਐਂਟਰੀ ਨਹੀਂ ਹੈ। ਉਹਨਾਂ ਦੀ ਰੱਬ ਦੇ ਘਰ ਵਿੱਚ ਕੋਈ ਕਿਸੇ ਤਰ੍ਹਾਂ ਦੀ ਥਾਂ ਨਹੀਂ ਹੈ, ਉਹ ਜਾ ਹੀ ਨਹੀਂ ਸਕਦੇ ਉੱਥੇ। ਰੱਬ ਦਾ ਘਰ ਉਹਨਾਂ ਦੇ ਵਾਸਤੇ ਬੰਦ ਹੈ। ਹਾਂਜੀ,
ਜਨਮਤ ਮਰਤ ਪਵੇ 84 ਸਦਾ ਰਹਿਤ ਤਿਨ ਗਰ ਜਮ ਫਾਸੀ। ਉਹ ਲੋਕ ਜੰਮਦੇ ਨੇ, ਮਰਦੇ ਨੇ, 84 ਲੱਖ ਜੂਨਾ ਭੋਗਦੇ ਨੇ, ਉਹਨਾਂ ਦੇ ਗਲਾਂ ਵਿੱਚ ਰੋਜ਼ ਜਮਾਂ ਦੀਆਂ ਫਾਹੀਆਂ ਪੈਂਦੀਆਂ ਨੇ। ਹਾਂਜੀ। ਸਨਮੁਖ ਬੈਠੇ ਸ਼੍ਰੀ ਗੁਣ ਖਾਨੀ ਪੀਰ ਹਿਰਦੇ ਕੀ ਸਭ ਬਿਦ ਜਾਨੀ। ਗੁਰੂ ਨਾਨਕ ਦੇ ਪਿਤਾ ਮਹਾਰਾਜ ਦੇ ਸਨਮੁਖ ਪੀਰ ਸ਼ੇਖ ਬ੍ਰਹਮ ਬੈਠਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਉਹਦੇ ਸਵਾਲ ਦਾ ਜਵਾਬ ਤੇ ਦੇ ਦਿੱਤਾ ਤੇ ਨਾਲ ਇਹ ਵੀ ਪੜ੍ਹ ਲਿਆ ਵੀ ਇਹਦੇ ਅੰਦਰ ਕੀ ਚੱਲਦਾ ਹੈ। ਜਦੋਂ ਤੁਸੀਂ ਕਿਸੇ ਦੇ ਨਾਲ ਤੁਸੀਂ ਗੱਲ ਕਰਦੇ ਹੋ ਨਾ, ਤੁਸੀਂ ਸੁਣਿਆ ਹੋਏਗਾ ਕਈ ਬੰਦੇ ਮਨੋਵਿਗਿਆਨੀ ਹੁੰਦੇ ਨੇ। ਮਨੋਵਿਗਿਆਨੀ ਕੌਣ ਹੈ? ਜਿਹੜਾ ਤੁਹਾਡੇ ਅੰਦਰ ਨੂੰ ਪੜਨ ਦੀ ਸ਼ਕਤੀ ਰੱਖਦਾ ਹੋਵੇ। ਜਿਹੜੇ ਡਾਕਟਰ ਨੇ, ਡਾਕਟਰਾਂ ਦੇ ਵਿੱਚ ਵੇਖਿਆ ਹੋਏਗਾ ਜਿਹੜੇ ਪੁਰਾਣੇ ਹਿਕਮਤ ਕਰਨ ਵਾਲੇ ਹਕੀਮ ਹੁੰਦੇ ਸੀ, ਉਹ ਬੰਦੇ ਨੂੰ ਸਾਹਮਣੇ ਬਿਠਾ ਕੇ ਰੋਗ ਦੱਸ ਦਿੰਦੇ ਸੀ। ਜਦੋਂ ਇਹ ਹਿਕਮਤ ਬੜੀ ਸਿਖਰ ਤੇ ਸੀ ਤੇ ਉਦੋਂ ਬਿਮਾਰੀ ਇਦਾਂ ਬੁੱਝੀ ਜਾਂਦੀ ਸੀ। ਫਿਰ ਜਦੋਂ ਥੋੜੀ ਜੀ ਕਮਜ਼ੋਰੀ ਆਈ ਇਹਦੇ 'ਚ, ਲੋਕਾਂ ਨੇ ਸਾਧਨਾ ਛੱਡ ਦਿੱਤੀ, ਫਿਰ ਦੂਜਾ ਕੰਮ ਚੱਲਿਆ ਕਿ ਬਿਮਾਰ ਬੰਦੇ ਦੇ ਹੱਥ ਨੂੰ ਧਾਗਾ ਬੰਨ੍ਹ ਦਿੱਤਾ ਜਾਂਦਾ ਸੀ। ਹੱਥ ਤੇ ਧਾਗਾ ਬੰਨ੍ਹ ਦੇਣਾ ਘੁੱਟ ਕੇ, ਤੇ ਉਹ ਧਾਗੇ ਦਾ ਦੂਜਾ ਸਿਰਾ ਕੰਨ ਦੇ ਕੋਲ, ਉਹਨੇ ਨਬਜ ਵੇਖਣੀ ਵੀ ਇਹਦੀ ਨਬਜ ਕਿਵੇਂ ਚੱਲਦੀ ਹੈ। ਫਿਰ ਹਿਕਮਤਕਾਰੀ ਥੋੜੀ ਜੀ ਹੋਰ ਕਮਜ਼ੋਰ ਹੋਈ ਤੇ ਫਿਰ ਉਹ ਹੁੰਦਾ ਸੀ ਬਈ ਦਾ ਨਬਜ ਫੜ ਕੇ ਕਹਿਣਾ ਡਾਕਟਰ ਨੇ ਇਦਾਂ। ਤੁਸੀਂ ਵੇਖਿਆ ਹੋਏਗਾ ਨਿੱਕੇ ਹੁੰਦੇ ਆ, ਅੱਜ ਕੱਲ ਕੋਈ ਨਬਜ ਨਹੀਂ ਫੜਦਾ, ਆਉਂਦਾ ਹੀ ਕੁਛ ਨਹੀਂ ਹੈ। ਅੱਜ ਕੱਲ ਤੇ ਸਿਰਫ ਕਾਪੀ ਪੈਨ ਆਉਂਦਾ ਵੀ ਉਹ 5-7 ਹਜ਼ਾਰ ਦੇ ਟੈਸਟ ਲਿਖ ਦਿੰਦੇ ਨੇ, ਮਸ਼ੀਨਾਂ ਪੜ੍ਹਦੀਆਂ ਨੇ ਕਿ ਬੰਦੇ ਨੂੰ ਕੀ ਹੈ, ਉਹਨੂੰ ਆਪ ਨੂੰ ਨਹੀਂ ਪੜ੍ਹਨਾ ਆਉਂਦਾ। ਫਿਰ ਕਈ ਵਾਰੀ ਇਦਾਂ ਵੀ ਹੁੰਦਾ, ਕਹਿੰਦਾ ਨਹੀਂ ਜੀ ਇਹ ਲੈਬ ਠੀਕ ਨਹੀਂ, ਹੁਣ ਤੁਸੀਂ ਉੱਥੋਂ ਲਿਆਓ ਟੈਸਟ ਕਰਾ ਕੇ। ਉਸ ਸਮੇਂ ਦਾ ਵੀ ਮਸ਼ੀਨ ਵੀ ਫੇਲ ਹੋ ਗਈ ਹੈ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਬੈਠੇ ਸਾਹਮਣੇ ਸ਼ੇਖ ਬ੍ਰਹਮ ਦੇ ਅੰਦਰ ਨੂੰ ਪੜ੍ਹਿਆ ਕਿ ਉਹਦਾ ਸਵਾਲ ਇਹ ਹੈ, ਪਰ ਉਹਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਕੁਝ ਹੋਰ ਹੈ। ਹਾਂਜੀ। ਕਾਬੇ ਦਿਸ਼ਾਹੁ ਤੋ ਤੇਹ ਬਦਨਾ ਪ੍ਰਾਚੀ ਦੇਸ਼ ਮੁਖ ਸ਼੍ਰੀ ਸੁਖ ਸਦਨਾ। ਸਤਿਗੁਰੂ ਨੇ ਵੇਖਿਆ ਵੀ ਇਹਨਾਂ ਬੜੀ ਦੁਬਿਧਾ 'ਚ ਹੈ। ਦੁਬਿਧਾ ਕੀ? ਸਤਿਗੁਰੂ ਪਿਤਾ ਜੀ ਪੂਰਬ ਵਾਲੇ ਪਾਸੇ ਬੈਠੇ ਸਨ, ਜਿੱਧਰੋਂ ਸੂਰਜ ਚੜ੍ਹਦਾ ਹੈ, ਤੇ ਸ਼ੇਖ ਬ੍ਰਹਮ ਦੀ ਭਾਵਨਾ ਸੀ ਵੀ ਮੈਂ ਲਹਿੰਦੇ ਵਾਲੇ ਪਾਸੇ ਨੂੰ ਮੂੰਹ ਕਰਕੇ ਬਵਾਂ, ਕਿਉਂਕਿ ਮੱਕਾ ਉਧਰ ਹੈ। ਉਹ ਬੜੀ ਦੁਬਿਧਾ ਵਿੱਚ ਹੈ ਵੀ ਸਤਿਗੁਰੂ ਇੱਧਰ ਬੈਠੇ ਨੇ, ਮੱਕਾ ਇੱਧਰ ਹੈ, ਤੇ ਮੂੰਹ ਕਿੱਧਰ ਕਰਾਂ ਮੈਂ। ਇਹ ਉਹਦੇ ਅੰਦਰ ਚੱਲ ਰਹੀ ਹੈ ਗੱਲ ਸ਼ੇਖ ਬ੍ਰਹਮ ਦੇ। ਸਤਿਗੁਰਾਂ ਨੇ ਬੁੱਝ ਲਈ। ਹਾਂਜੀ। ਸ਼ੁਭ ਉਪਦੇਸ਼ ਦੇਨ ਤੇਹ ਤਾਈ ਬਚਨ ਬਖਾਨੇ ਪੁਨ ਜਗ ਸਾਈ। ਸਤਿਗੁਰੂ ਜੀ ਨੇ ਉਪਦੇਸ਼ ਦੇਣ ਲਈ ਆਪਣੇ ਮੁਖ ਤੋਂ ਇਹ ਬਚਨ ਉਚਾਰੇ ਨੇ। ਹਾਂਜੀ। ਜਾਣੇ ਹੋ ਕਾਬੇ ਬੀਚ ਖੁਦਾਏ ਤੁਮ ਜਾਣਤ ਹੋ ਔਰ ਨਾ ਜਾਏ। ਸਤਿਗੁਰੂ ਕਹਿਣ ਲੱਗੇ ਮੈਂ ਸਮਝ ਗਿਆ ਸ਼ੇਖ ਬ੍ਰਹਮ, ਤੇਰੇ ਮਨ ਵਿੱਚ ਇੱਕ ਗੱਲ ਪੱਕੀ ਘਰ ਕਰ ਚੁੱਕੀ ਹੈ ਕਿ ਜਿਹੜਾ ਖੁਦਾ ਹੈ ਉਹ ਸਿਰਫ ਮੱਕੇ ਵਿੱਚ ਹੈ। ਇਸ ਕਰਕੇ ਤੂੰ ਜਿੱਥੇ ਬਹਿਣਾ ਹੈ ਉੱਥੇ ਪੱਛਮ ਵਾਲੇ ਪਾਸੇ ਨੂੰ ਮੂੰਹ ਕਰ ਲੈਣਾ ਵੀ ਰੱਬ ਤੇ ਇੱਧਰ ਹੈ। ਹਾਂਜੀ। ਇਸ ਪ੍ਰਕਾਰ ਤੁਮ ਖੋਜਤ ਤਾਹੀ ਜਿਉ ਕੋ ਵਸਤ ਹੋਏ ਜਲ ਮਾਹੀ। ਤੇ ਸਤਿਗੁਰੂ ਕਹਿਣ ਲੱਗੇ ਵੀ ਇਹ ਤਾਂ ਇਸ ਤਰ੍ਹਾਂ ਹੋ ਗਿਆ ਕਿ ਤੂੰ ਵਸਤੂ ਲੱਭਦਾ ਹੈ ਬਾਹਰ, ਤੇ ਵਸਤੂ ਹੋਵੇ ਪਾਣੀ 'ਚ, ਤੇ ਜਿਹੜੀ ਚੀਜ਼ ਪਾਣੀ 'ਚ ਹੋਵੇ ਉਹ ਬਾਹਰ ਧਰਤੀ ਦੇ ਉੱਤੋਂ ਨਹੀਂ ਲੱਭੀ ਜਾ ਸਕਦੀ, ਪਹਾੜਾਂ ਤੋਂ ਨਹੀਂ ਲੱਭੀ ਜਾ ਸਕਦੀ। ਤੇਰੀ ਤੇ ਖੋਜ ਹੀ ਗਲਤ ਹੈ। ਤੂੰ ਕਾਬੇ 'ਚੋਂ ਰੱਬ ਲੱਭਦਾ ਹੈ ਤੇ ਰੱਬ ਕਾਬੇ 'ਚ ਹੈ ਨਹੀਂ। ਇਹ ਤੇ ਐਵੇਂ ਹੈ ਜਿਵੇਂ ਚੀਜ਼ ਪਾਣੀ ਵਿੱਚ ਹੋਵੇ ਤੇ ਬੰਦਾ ਧਰਤੀ ਤੇ ਲੱਭਦਾ ਫਿਰਦਾ ਹੋਵੇ। ਹੁਣ ਜਿਹੜੀ ਪਾਣੀ ਵਾਲੀ ਚੀਜ਼ ਉਹਦੇ ਕੋਲ ਪਾਣੀ 'ਚ ਵੜੇਗਾ ਤੇ ਲੱਭੇਗੀ ਉਹਨੂੰ ਭਾਈ। ਬਾਹਰ ਫਰੋਲਦੇ ਫਿਰ ਉਹ ਕੀ ਫਰਕ ਪੈਂਦਾ? ਬੜੇ ਧਾਰਮਿਕ ਗੀਤ ਆਏ, ਮਿੱਟੀ ਨਾ ਫਰੋਲ ਬੰਦਿਆ, ਉਹਦਾ ਅਰਥ ਇਹੀ ਸੀਗਾ ਵੀ ਐਵੇਂ ਥਾਂ ਥਾਂ ਤੇ ਕਿਉਂ ਤੁਰਿਆ ਫਿਰਦਾ ਤੂੰ। ਹਾਂਜੀ। ਇਉ ਨਹਿ ਪਾਏ ਸਕੋਗੇ ਕਬ ਹੀ ਕੋਟ ਜਨਮ ਧਾਰ ਖੋਜੋ ਜਬ ਹੀ। ਇਉਂ
ਪੀਰ ਸ਼ੇਖ ਬ੍ਰਹਮ ਜੀ ਕਰੋੜਾਂ 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 ਜਨਮ ਧਾਰਨ ਕਰਕੇ ਜੰਮ ਕੇ ਮਰ ਕੇ ਜੰਮ ਕੇ ਮਰ ਕੇ ਵੀ ਤੁਹਾਨੂੰ ਖੁਦਾ ਨਾ ਕਦੇ ਲੱਭੇਗਾ ਨਾ ਮਿਲੇਗਾ। ਲੱਗੇ ਰਹੋ ਮੱਕੇ ਵੱਲ ਕਾਬੇ ਵੱਲ ਮੂੰਹ ਕਰਕੇ ਬੈਠੇ ਰਹੋ। ਹਾਂਜੀ। ਪੀਰ ਕਹੇ ਸੁਣ ਨਾਨਕ ਤਪਾ ਤੁਰਕ ਦੀਨ ਕੋ ਕਾਬਾ ਥਪਾ। ਸ਼ੇਖ ਬ੍ਰਹਮ ਕਹਿਣ ਲੱਗਾ ਨਾਨਕ ਜੀ ਮੇਰਾ ਕਸੂਰ ਕੀ ਹੈ? ਸਾਰਾ ਇਸਲਾਮ ਮੰਨਦਾ, ਮੈਂ ਇਕੱਲਾ ਥੋੜਾ। ਸਾਰਾ ਇਸਲਾਮ ਸਾਰਾ ਮੁਸਲਮਾਨ ਧਰਮ ਕਹਿੰਦਾ ਅੱਲਾ ਉੱਥੇ ਹੈ, ਮੇਰਾ ਇਕੱਲੇ ਦਾ ਕੀ ਕਸੂਰ ਹੈ? ਤੇ ਮੈਂ ਤੇ ਸਾਰਿਆਂ ਦੇ ਨਾਲ ਹੀ ਹਾਂ। ਉਹ ਮੰਨਦੇ ਨੇ ਤੇ ਮੈਂ ਵੀ ਮੰਨਦਾ। ਅੱਜ ਸਮਾਂ ਸਮਾਪਤ ਹੈ। ਸਤਿਗੁਰ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸਰਵਣ ਕਰੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ